ਬਾਦਲ ਵੀ ਗੁਰਦਾਸਪੁਰ ਤੋਂ MP ਹੈ, ਗੁਰਦਾਸਪੁਰ ਦੇ ਵਿੱਚ ਵੀ ਬੜੇ ਵੱਡੇ ਧਰਨੇ ਨੇ, ਉਹਨੇ ਨਾ ਬਿਆਨ ਆਇਆ ਕੋਈ ਨਾ ਕੁਝ ਹੋਰ, ਇੱਕ ਉਦਘਾਟਨ ਕਹਿੰਦਾ ਕਰਨਾ ਮੈਂ ਵਰਚੁਅਲ ਮੀਟਿੰਗ ਦੇ ਥਰੂ। ਮੈਂ ਕਿਹਾ ਆ ਤਾਂ ਸਹੀ, ਵਰਚੁਅਲ ਮੀਟਿੰਗ ਦਾ ਤਾਂ ਹੈ ਵੀ ਹਾਏ ਮੈਨੂੰ ਕੋਈ ਕੁਝ ਕਹਿ ਨਾ ਦੇਵੇ। ਉਹ ਜੇ ਤੁਸੀਂ ਐਡੇ ਮਾਂ ਦੇ ਜੰਮੇ ਹੋ, ਐਡੀ ਗੱਲਬਾਤ ਹੈ, ਐਡੀ ਤੁਸੀਂ ਸਮਝਦੇ ਹੋ ਵੀ ਸੱਚੇ ਹੋ, ਆਓ ਨਾ ਫਿਰ ਬੈਠੀਏ ਆਪਾਂ। ਮੈਂ ਜਾ ਰਿਹਾ, ਤੁਸੀਂ ਵੀ ਆਓ, ਸਾਰੇ ਆਓ, ਚਲੋ ਮੇਰੇ ਨਾਲ ਹੀ ਖੜ ਜਾਓ ਆ ਕੇ, ਤੁਸੀਂ ਮੇਰੇ ਨਾਲ ਹੀ ਗੱਲਬਾਤ ਕਰ ਲਓ। ਲੈਟਸ ਟਾਕ ਲਾਈਕ ਜੈਂਟਲਮੈਨ। ਜੇ ਗੱਲ ਕਰੀਏ ਧਰਮਿੰਦਰ ਜਾਂ ਸਨੀ ਦਿਓਲ ਦੀ, ਆਪਾਂ ਗੱਲ ਇਸ ਲਈ ਆਪਾਂ ਇਸ ਲਈ ਨਹੀਂ ਗੱਲ ਕਰ ਰਹੇ ਧਰਮਿੰਦਰ ਤੇ ਸਨੀ ਦਿਓਲ ਦੀ ਕਿ ਉਹ ਐਕਟਰ ਨੇ ਜਾਂ ਕੋਈ ਸੈਲੀਬ੍ਰਿਟੀ ਨੇ, ਪਰ ਗੱਲ ਇਸ ਲਈ ਹੈ ਕਿਉਂਕਿ ਉਹ ਸਾਡੇ ਨੇ ਔਰ ਉਹਨਾਂ ਦੇ ਵਿੱਚ ਬੈਠਦੇ ਨੇ, ਉਹ ਸਾਡੀ ਗੱਲ ਕਮ ਸੇ ਕਮ ਉੱਥੇ ਪਹੁੰਚਾਉਣ ਤੇ ਸਹੀ। ਦੁੱਖ ਕੀ ਹੈ, ਤਕਲੀਫ ਕੀ ਹੈ, ਦਿਲ ਕਿਉਂ ਰੋਂਦਾ ਹੈ? ਜਿਹੜੇ ਆਪਣੇ ਨੇ, ਆਪਣੇ 'ਚ ਰਹੇ ਨੇ, ਇੱਕ ਥਾਲੀ 'ਚ ਰੋਟੀ ਖਾਧੀ ਹੈ, ਇੱਕ ਧਰਤੀ ਤੇ ਆਪਾਂ ਪੈਦਾ ਹੋਏ ਹਾਂ। ਤੁਹਾਨੂੰ ਰੱਬ ਨੇ, ਤੁਸੀਂ ਚੰਗੇ ਕਰਮ ਕੀਤੇ ਸੀ, ਤੁਹਾਨੂੰ ਇਹ ਤਾਕਤ ਦਿੱਤੀ ਹੈ, ਤੁਸੀਂ ਜਾ ਕੇ ਐਟਲੀਸਟ ਸੱਚ ਦੀ ਗੱਲ ਤਾਂ ਕਰੋ। ਆਪਣਿਆਂ ਨੂੰ ਵੀ ਇਹੀ ਗੱਲ ਕਹਿੰਦੇ ਆ, ਧਰਮਿੰਦਰ ਨੂੰ, ਸਨੀ ਦਿਓਲ ਨੂੰ ਵੀ ਅਸੀਂ ਇਹੀ ਗੱਲ ਕਹਿੰਦੇ ਆ ਕਿ ਹੁਣ ਮੌਕਾ ਪੰਜਾਬ ਦੇ ਹੱਕ ਦੇ ਵਿੱਚ ਬੋਲੋ, ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੋ, ਨਹੀਂ ਤਾਂ ਤੁਹਾਡੇ ਉੱਪਰ ਲੱਗਿਆ ਪੰਜਾਬੀਆਂ ਦਾ ਟੈਗ ਖਤਮ ਹੋ ਜਾਊਗਾ, ਤੁਹਾਨੂੰ ਪੰਜਾਬੀ ਲੋਕ ਮੰਨਣੋਂ ਹਟ ਜਾਣਗੇ। ਆਖਰੀ ਮੌਕਾ ਹੈਗਾ ਤੁਹਾਡੇ ਕੋਲ ਆਪਣੇ ਆਪ ਨੂੰ ਪੰਜਾਬੀ ਸਾਬਤ ਕਰਨ ਦਾ, ਤੇ ਜੇ ਨਾ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਬੋਲੇ ਤਾਂ ਤੁਹਾਡੇ ਉੱਪਰ ਲੱਗਿਆ ਜਿਹੜਾ ਪੰਜਾਬ ਦਾ ਟੈਗ ਆ ਉਹ ਖਤਮ ਹੋ ਜਾਊਗਾ। ਆ ਫਸਲ ਪਈ ਆ, ਮੈਂ ਫਸਲ ਨੂੰ ਅੱਗ ਲਾਤੀ, ਜਾ ਨਹੀਂ ਦੇਣੀ, ਕੋਈ ਗੱਲ ਨਹੀਂ, ਮੈਂ ਮਰ ਜੂ, ਮੇਰਾ 10 ਹੋਰ ਮਰਨਗੇ, ਲੱਖ ਮਰਨਗੇ, 2 ਲੱਖ ਮਰਨਗੇ, ਫਸਲ ਨਹੀਂ ਦੇਣੀ। ਆ ਪਈ ਹੱਥ ਲਾ ਕੇ ਦਿਖਾਓ, ਸਾਡੇ ਖੇਤ 'ਚ ਵੜ ਕੇ ਦਿਖਾਓ, ਇਹ ਮੈਂ ਕਹਿੰਦਾ। ਪਹਿਲਾਂ ਜਿਸ ਤਰੀਕੇ ਨਾਲ ਅੱਜ ਹੋਇਆ, ਕਿਸਾਨਾਂ ਨੂੰ ਉੱਥੇ ਸੱਦ ਕੇ ਬਾਹਰ ਨਾਰਾਜ਼ ਹੋ ਕੇ ਕਿਸਾਨ ਬਾਹਰ ਨਿਕਲੇ ਨੇ, ਬੜੀ ਉਮੀਦਾਂ ਨਾਲ ਗਏ ਸੀ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ। ਹਾਲਾਂਕਿ ਪੰਜਾਬ ਤੋਂ ਜਿਹੜੇ ਬਾਹਰ ਦੇ ਕਿਸਾਨ ਨੇ ਉਹਨਾਂ ਨੂੰ ਵੀ ਬਹੁਤ ਸਾਰੀ ਉਮੀਦ ਸੀ ਕਿ ਅੱਜ ਕੋਈ ਨਾ ਕੋਈ ਹੱਲ ਨਿਕਲ ਸਕਦਾ। ਜੋ ਕੁਝ ਅੱਜ ਹੋਇਆ, ਸਭ ਤੋਂ ਪਹਿਲਾਂ ਉਸ 'ਤੇ ਤੁਸੀਂ ਟਿੱਪਣੀ ਕਰੋ ਕਿ ਕਿਵੇਂ ਦੇਖਦੇ ਹੋ। ਮੈਂ ਬਹੁਤ ਦੇਰ ਤੋਂ ਤੁਹਾਨੂੰ ਪੋਲੀਟੀਕਲ ਬੰਦਿਆਂ ਦੀਆਂ ਗੱਲਾਂ ਦੱਸਦਾ ਆ ਰਿਹਾ ਔਰ ਇਹ ਕਹਿੰਦਾ ਆ ਰਿਹਾ ਕਿ ਮੇਰਾ ਜੀਵਨ ਇਹਨਾਂ ਲੋਕਾਂ ਦੇ ਵਿੱਚ ਹੀ ਗੁਜ਼ਰਿਆ। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਪੋਲੀਟੀਕਲ ਲੋਕਾਂ ਦੇ ਨਾਲ ਹੀ ਰਿਹਾ, ਲੀਡਰਾਂ ਦੇ ਨਾਲ ਹੀ ਰਿਹਾ, ਪਾਰਟੀ ਲੋਕਾਂ ਦੇ ਨਾਲ ਹੀ ਰਿਹਾ, ਐਜ਼ ਏ ਦੋਸਤ ਬਣ ਕੇ ਰਿਹਾ, ਐਜ਼ ਏ ਭਰਾ ਬਣ ਕੇ ਰਿਹਾ। ਸ਼ਾਇਦ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਅੰਦਰੂਨੀ ਕੋਈ ਜਾਣਦਾ ਨਹੀਂ, ਕੋਈ ਹੋਰ ਹੋਊਗਾ ਤਾਂ ਪੜਦੇ ਪਊਗਾ, ਪਰ ਮੈਂ ਤਾਂ ਆਪਣੇ ਪਹਿਲਾਂ ਕਿਸਾਨਾਂ ਦੇ ਨਾਲ। ਗੱਲ ਮੁੱਕਣੀ ਹੈ ਖੂਨ ਖਰਾਬੇ ਤੇ, ਗੱਲ ਮੁੱਕਣੀ ਹੈ ਉਹ ਅੰਦੋਲਨ ਜਿਹਦੇ ਵਿੱਚ ਜੇਲ੍ਹ ਭਰੋ, ਇਹ ਕਰੋ, ਐਮਰਜੈਂਸੀ ਲਾਓ, ਫਲਾਨਾ ਕਰੋ, ਇਹ ਸਾਰਾ ਕੁਝ ਹੋਣਾ ਹੈ। ਜੇ ਉਹਨਾਂ ਨੇ ਬੁਲਾਇਆ ਸੀ ਕੋ ਜੀ ਤੁਸੀਂ ਇੱਥੇ ਆਓ, ਜੇ ਉਹ ਆਪਣੇ 10 ਕੇਂਦਰ ਦੇ ਮੰਤਰੀ ਇੱਥੇ ਭੇਜ ਸਕਦੇ ਹੈ ਇਹ ਦੱਸਣ ਵਾਸਤੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਕਿ ਭਾਈ ਬਿੱਲ ਦੀ ਅਹਿਮੀਅਤ ਕੀ ਹੈ, ਬਿੱਲ ਦੇ ਪਲੱਸ ਪੁਆਇੰਟ ਕੀ ਨੇ, ਬਿੱਲ ਅਸੀਂ ਕਿਉਂ ਪਾਸ ਕੀਤਾ ਹੈ, ਤਾਂ ਕੀ ਗੱਲ ਉਹ ਗੱਲਬਾਤ ਪੰਜਾਬ 'ਚ ਬੈਠ ਕੇ ਨਹੀਂ ਕਰ ਸਕਦੇ? ਜਾਓ ਉਦੋਂ ਜਦ ਤੁਹਾਨੂੰ ਪ੍ਰਾਈਮ ਮਿਨਿਸਟਰ ਮਿਲਣਾ ਚਾਹੁੰਦਾ ਹੈ, ਜਾਓ ਉਦੋਂ ਜਦ ਤੁਹਾਨੂੰ ਕੈਬਨਿਟ ਦੇ ਮੰਤਰੀ ਮਿਲਣਾ ਚਾਹੁੰਦੇ, ਚੀਕ ਪੈ ਜਾਵੇ ਕੇਂਦਰ, ਜਦੋਂ ਉਹ ਕਹਿਣ ਵੀ ਨਹੀਂ ਆਓ ਭਾਈ ਬੈਠ ਕੇ ਸਲਾਹ ਕਰੀਏ। ਤੁਸੀਂ ਮੈਨੂੰ ਦੱਸੋ ਵੀ ਉੱਥੇ 7 ਜਾਣੇ 10 ਜਾਣੇ ਜਿੰਨੇ ਵੀ ਸੀਗੇ ਉੱਥੇ ਤੁਸੀਂ ਚਲੇ ਗਏ, ਉਹਨਾਂ ਨੇ ਸਿਰਫ ਤੁਹਾਨੂੰ ਇਹ ਦਿਖਾਉਣਾ ਸੀ ਕਿ ਅਸੀਂ ਤੁਹਾਡੀ ਰੱਜ ਕੇ ਬੇਇੱਜ਼ਤੀ ਕਰ ਸਕਦੇ ਹਾਂ, ਅਸੀਂ ਤੁਹਾਡੀ ਪਰਵਾਹ ਨਹੀਂ ਕਰਦੇ, ਹੋਵੋਗੇ ਤੁਸੀਂ ਆਪਦੀ ਜਗ੍ਹਾ, ਅਸੀਂ ਪੰਜਾਬ ਨੂੰ ਕੁਝ ਨਹੀਂ ਸਮਝਦੇ। ਜਿਹੜੇ ਕਮਰਿਆਂ 'ਚ ਬੰਦ ਕਮਰਿਆਂ 'ਚ ਮੀਟਿੰਗਾਂ ਹੁੰਦੀਆਂ ਨੇ, ਇਹ ਸਭ ਪਖੰਡ ਹੈ, ਇਹ ਸਭ ਝੂਠ ਹੈ। ਤੁਸੀਂ ਡਿਬੇਟ ਕਰਨੀ ਹੈ, ਗੱਲ ਕਰਨੀ ਹੈ, ਓਪਨਲੀ ਕਰੋ, ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ। ਤੁਸੀਂ ਜੋ ਕਹਿਣਾ ਤੁਹਾਡੀ ਗੱਲ ਠੀਕ ਹੋਊਗੀ, ਤੁਹਾਡੀ ਗੱਲ ਮੰਨਣ ਯੋਗ ਹੋਊਗੀ, ਜ਼ਰੂਰ ਮੰਨੀ ਜਾਊਗੀ। ਜਿਹੜੀ ਗੱਲ ਤੁਹਾਡੇ ਮੰਨਣ ਯੋਗ ਨਹੀਂ ਹੋਊਗੀ ਅਸੀਂ ਉਹ ਨਹੀਂ ਮੰਨਾਂਗੇ, ਗੱਲ ਖਤਮ ਹੋ ਗਈ। ਹੋਣਾ ਕੀ ਹੈ, ਪੰਜਾਬ ਦੇ ਹਾਲਾਤ ਜੀ ਆਊਟ ਆਫ ਕੰਟਰੋਲ ਹੋ ਚੁੱਕੇ ਹੈ। ਇਹਨਾਂ ਨੇ ਹਾਲਾਤ ਇਹ ਪੈਦਾ ਕਰਨੇ ਹੈ ਜਿਵੇਂ ਹਿੰਦੁਸਤਾਨ 'ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਫਿਰ ਉਹ ਹਾਰੀ ਸੀ, ਫਿਰ ਉਹ ਅੰਦਰ ਹੋਈ ਸੀ, ਉਸ ਤੋਂ ਬਾਅਦ ਉਹ ਵਾਪਸ ਆ ਕੇ ਜਿੱਤੀ ਸੀ। ਇਹ ਫਿਰ ਗਵਰਨਰ ਰਾਜ ਲਾਉਣਗੇ, ਐਮਰਜੈਂਸੀ ਲਾਉਣਗੇ, ਫਿਰ ਇੱਥੇ ਫੌਜ ਭੇਜਣਗੇ, CRP ਭੇਜਣਗੇ। ਮੈਂ ਬੁਲੰਦ ਆਵਾਜ਼ 'ਚ ਕਹਿ ਰਿਹਾ, ਆਪਣੀ ਸਾਰਿਆਂ ਨੂੰ ਭੇਜ ਕੇ ਇਹ ਕਹਿਣਗੇ, ਫਿਰ ਲਾਉਣਗੇ 100 ਦਫਾ 144 ਕਿ 5 ਬੰਦੇ ਇਕੱਠੇ ਨਹੀਂ ਹੋ ਸਕਦੇ। ਫਿਰ ਜਿੱਥੇ ਅੰਦੋਲਨ ਹੋਊਗਾ ਉੱਥੇ ਕੁੱਟਮਾਰ ਹੋਊਗੀ, ਪੁਲਿਸ ਆਊਗੀ, ਗੋਲੀਆਂ ਚੱਲਣਗੀਆਂ। ਜਦ ਤੱਕ ਪੰਜਾਬ ਦੀ ਇਸ ਧਰਤੀ ਤੇ ਇਹ ਕਿਸਾਨਾਂ ਦਾ ਖੂਨ ਡੋਲ ਨਹੀਂ ਲੈਂਦੇ, ਇਹ ਓਨੀ ਦੇਰ ਜਿਹੜੀ ਪਿਆਸ ਹੈ ਇਹਨਾਂ ਲੋਕਾਂ ਦੀ ਨਹੀਂ ਬੁਝਣੀ। ਬੀਜੇਪੀ ਵਾਲੇ ਜਿਹੜੇ ਦੁਕਾਨਾਂ ਤੇ ਬੈਠ ਕੇ ਲੀਡਰ ਬਣੇ ਹੋਏ ਨੇ, ਉਹ ਕਹਿੰਦੇ ਕਿ ਇਹ ਬਿੱਲ ਹੀ ਕਿਸਾਨਾਂ ਵਾਸਤੇ ਬਹੁਤ ਵਧੀਆ। ਉਹ ਤਾਂ ਕਿਸਾਨਾਂ ਨੂੰ ਸਮਝਾਈ ਜਾਂਦੇ, ਕਹਿੰਦੇ ਬਿੱਲ ਬਹੁਤ ਵਧੀਆ। ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਦੁਕਾਨਾਂ ਤੇ ਬੈਠ ਕੇ ਕਿਸਾਨਾਂ ਨੂੰ ਸਮਝਾਉਣ? ਅੱਛਾ, ਫਿਰ ਕੌਮ ਕਿਹੜੀ ਹੈ ਮੋਕ ਮਾਰਨ ਵਾਲੀ? ਕਿਹੜੀ ਕੌਮ ਹੈ ਜਿਹੜੀ ਕਹਿੰਦੀ ਸੀ
ਸਾਡਾ ਡੋਲਾ ਲੈ ਜਾਓ ਧੀ ਦਾ, ਸਾਡੀਆਂ ਧੀਆਂ ਲੈ ਜਾਓ, ਸਾਨੂੰ ਨਾ ਕੁਛ ਕੇ। ਇਹ ਉਹ ਕੌਮ ਹੈ ਜਿਹੜੇ 50-50 ਬੰਦੇ 4-4 ਪਠਾਨਾਂ ਦਾ ਮੁਕਾਬਲਾ ਨਾ ਕਰ ਸਕੇ। ਮੈਂ ਤਾਂ ਇੱਕ ਗੱਲ ਠੋਕ ਵਜਾ ਕੇ ਕਹੂੰਗਾ, ਜੇ ਪੰਜਾਬ ਨੂੰ ਬਚਾਉਣ ਦੀ ਖਾਤਰ ਇੱਕ ਬੱਚੇ ਦੀ, ਇੱਕ ਨੌਜਵਾਨ ਦੀ, ਇੱਕ ਬਜ਼ੁਰਗ ਦੀ, ਬਜ਼ੁਰਗਣੇ ਦੀ, ਭੈਣਾਂ ਦੀਆਂ, ਮਾਵਾਂ ਦੀਆਂ, ਧੀਆਂ ਦੀ ਆਹੂਤੀ ਦੀ ਲੋੜ ਪੈਗੀ, ਕੁਰਬਾਨੀ ਦੀ ਲੋੜ ਪੈਗੀ ਤਾਂ ਦੇ ਦਿਓ, ਕੋਈ ਗੱਲ ਨਹੀਂ, ਅਕਾਲ ਪੁਰਖ ਦੇਖ ਰਿਹਾ। ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਕੇਂਦਰ ਦੇ ਨਾਲ ਵਿਵਾਦ ਅੱਜ ਥੰਮਣ ਵਾਲੇ ਪਾਸੇ ਨੂੰ ਤੁਰਿਆ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਕੇਂਦਰ ਨੇ ਜਿਹੜਾ ਕਿਸਾਨਾਂ ਨੂੰ ਦਿੱਲੀ ਬੁਲਾਇਆ, ਅੱਜ ਕੋਈ ਨਾ ਕੋਈ ਹੱਲ ਕਰਕੇ ਜ਼ਰੂਰ ਤੋਰਨਗੇ, ਪਰ ਉਥੋਂ ਕਿਸਾਨ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਦੇ ਨਾਲ ਨਾਰਾਜ਼ ਹੋ ਕੇ ਬਾਹਰ ਨਿਕਲੇ। ਜੰਮ ਕੇ ਹੰਗਾਮਾ ਵੀ ਹੋਇਆ। ਕਿਸਾਨਾਂ ਨੇ ਕਿਹਾ ਕਿ ਸਾਨੂੰ ਉੱਥੇ ਮੀਟਿੰਗ ਦੇ ਲਈ ਸੱਦਿਆ ਗਿਆ ਸੀ, ਪਰ ਉੱਥੇ ਕੋਈ ਵੀ ਜਿਹੜਾ ਸਰਕਾਰ ਦਾ ਮੰਤਰੀ ਜਾਂ ਕੋਈ ਹੋਰ ਅਧਿਕਾਰੀ ਨਹੀਂ ਸੀ, ਬਲਕਿ ਉਹਨਾਂ ਨੂੰ, ਕਿਸਾਨਾਂ ਨੂੰ ਦਿੱਲੀ ਸੱਦ ਕੇ ਜਿਹੜੇ ਆਪਣੇ ਮੰਤਰੀ ਨੇ ਕੇਂਦਰ ਨੇ ਪੰਜਾਬ ਭੇਜ ਦਿੱਤੇ, ਜਿਸ ਤੋਂ ਬਾਅਦ ਉਹ ਨਾਰਾਜ਼ ਹੋ ਕੇ ਬੈਠਕ ਤੋਂ ਬਾਹਰ ਆ ਗਏ। ਸਾਡੇ ਨਾਲ ਸਰਦਾਰ ਯੋਗਰਾਜ ਸਿੰਘ ਮੌਜੂਦ ਨੇ, ਜੋ ਪਹਿਲੇ ਦਿਨ ਤੋਂ ਹੀ, ਜਦੋਂ ਤੋਂ ਹੀ ਇਹਨਾਂ ਬਿੱਲਾਂ ਦੇ ਖਿਲਾਫ ਰੌਲਾ ਪੈਣਾ ਸ਼ੁਰੂ ਹੋਇਆ, ਉਸੇ ਦਿਨ ਤੋਂ ਹੀ ਬੋਲਦੇ ਆ ਰਹੇ ਨੇ। ਅੱਜ ਫਿਰ ਅਸੀਂ ਉਹਨਾਂ ਦੇ ਨਾਲ ਮੌਜੂਦ ਹਾਂ, ਗੱਲਬਾਤ ਕਰਾਂਗੇ ਕਿ ਅੱਜ ਜੋ ਕੁਝ ਹੋਇਆ ਉਹਦਾ ਕੀ ਕਾਰਨ ਰਿਹਾ ਤੇ ਅੱਗੇ ਕੀ ਹੋ ਸਕਦਾ ਹੈ। ਸਭ ਤੋਂ ਪਹਿਲਾਂ ਉਹਨਾਂ ਸਵਾਗਤ ਕਰ ਲੈਂਦੇ ਹਾਂ। ਯੋਗਰਾਜ ਜੀ, ਸਵਾਗਤ ਹੈ ਪਹਿਲਾਂ ਤਾਂ ਟੀਮ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ। ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਅੱਜ ਹੋਇਆ, ਕਿਸਾਨਾਂ ਨੂੰ ਉੱਥੇ ਸੱਦ ਕੇ ਬਾਹਰ ਨਾਰਾਜ਼ ਹੋ ਕੇ ਕਿਸਾਨ ਬਾਹਰ ਨਿਕਲੇ ਨੇ, ਬੜੀ ਉਮੀਦਾਂ ਨਾਲ ਗਏ ਸੀ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ। ਹਾਲਾਂਕਿ ਪੰਜਾਬ ਤੋਂ ਜਿਹੜੇ ਬਾਹਰ ਦੇ ਕਿਸਾਨ ਨੇ ਉਹਨਾਂ ਨੂੰ ਵੀ ਬਹੁਤ ਸਾਰੀ ਉਮੀਦ ਸੀ ਕਿ ਅੱਜ ਕੋਈ ਨਾ ਕੋਈ ਹੱਲ ਨਿਕਲ ਸਕਦਾ। ਜੋ ਕੁਝ ਅੱਜ ਹੋਇਆ, ਸਭ ਤੋਂ ਪਹਿਲਾਂ ਉਸ 'ਤੇ ਤੁਸੀਂ ਟਿੱਪਣੀ ਕਰੋ ਕਿ ਕਿਵੇਂ ਦੇਖਦੇ ਹੋ। ਮੈਂ ਬਹੁਤ ਦੇਰ ਤੋਂ ਤੁਹਾਨੂੰ ਪੋਲੀਟੀਕਲ ਬੰਦਿਆਂ ਦੀਆਂ ਗੱਲਾਂ ਦੱਸਦਾ ਆ ਰਿਹਾ ਔਰ ਇਹ ਕਹਿੰਦਾ ਆ ਰਿਹਾ ਕਿ ਮੇਰਾ ਜੀਵਨ ਇਹਨਾਂ ਲੋਕਾਂ ਦੇ ਵਿੱਚ ਹੀ ਗੁਜ਼ਰਿਆ। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਪੋਲੀਟੀਕਲ ਲੋਕਾਂ ਦੇ ਨਾਲ ਹੀ ਰਿਹਾ, ਲੀਡਰਾਂ ਦੇ ਨਾਲ ਹੀ ਰਿਹਾ, ਪਾਰਟੀ ਲੋਕਾਂ ਦੇ ਨਾਲ ਹੀ ਰਿਹਾ, ਐਜ਼ ਏ ਦੋਸਤ ਬਣ ਕੇ ਰਿਹਾ, ਐਜ਼ ਏ ਭਰਾ ਬਣ ਕੇ ਰਿਹਾ। ਸ਼ਾਇਦ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਅੰਦਰੂਨੀ ਕੋਈ ਜਾਣਦਾ ਨਹੀਂ, ਕੋਈ ਹੋਰ ਹੋਊਗਾ ਤਾਂ ਪੜ੍ਹਦੇ ਪਊਗਾ, ਪਰ ਮੈਂ ਤਾਂ ਆਪਣੇ ਪਹਿਲਾਂ ਕਿਸਾਨਾਂ ਦੇ ਨਾਲ। ਮੈਂ ਪਹਿਲੀ ਗੱਲ ਇਹ ਪੁੱਛਣਾ ਚਾਹੁੰਦਾ ਕਿ ਮੈਂ ਬਾਰ-ਬਾਰ ਇਹ ਗੱਲ ਕਰਦਾ, ਜਦ ਰੈਲੀਆਂ 'ਤੇ ਵੀ ਜਾਣਾ ਜਾਂ ਜਦ ਵੀ ਤੁਹਾਡੇ ਵਰਗੇ ਮੁਆਜ਼ਿਬ ਲੋਕ ਮੇਰੇ ਕੋਲ ਆਉਂਦੇ ਹੈ, ਵੀ ਗੱਲ ਕਿੱਥੇ ਮੁੱਕਣੀ ਹੈ ਉਹਦਾ ਮੁੱਦਾ ਮੈਂ ਤੁਹਾਨੂੰ ਦੱਸਦਾ। ਗੱਲ ਮੁੱਕਣੀ ਹੈ ਖੂਨ ਖਰਾਬੇ 'ਤੇ, ਗੱਲ ਮੁੱਕਣੀ ਹੈ ਉਹ ਅੰਦੋਲਨ ਜਿਹਦੇ ਵਿੱਚ ਜੇਲ੍ਹ ਭਰੋ, ਇਹ ਕਰੋ, ਐਮਰਜੈਂਸੀ ਲਾਓ, ਫਲਾਨਾ ਕਰੋ, ਇਹ ਸਾਰਾ ਕੁਝ ਹੋਣਾ। ਮੈਨੂੰ ਇਹ ਦੱਸੋ ਵੀ ਤੁਸੀਂ ਦਿੱਲੀ ਆਪਾਂ ਕੀ ਕਰਨ ਗਏ ਸੀ, ਕਿਹਨਾਂ ਨੇ ਸਲਾਹ ਦਿੱਤੀ ਗੱਲਬਾਤ ਕਰਨੀ ਚਾਹੀਦੀ ਹੈ। ਮੈਂ ਇਸ ਗੱਲ ਨੂੰ ਮੰਨਦਾ, ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਖਿਆ ਵੀ ਗੱਲਬਾਤ ਉਦੋਂ ਤੱਕ ਕਰੋ ਜਦ ਤੱਕ ਪਾਣੀ ਸਿਰ ਤੋਂ ਨਾ ਟੱਪ ਜੇ। ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਸਮਝਾ ਰਿਹਾ। ਜੇ ਉਹਨਾਂ ਨੇ ਬੁਲਾਇਆ ਸੀ ਕਹੋ ਜੀ ਤੁਸੀਂ ਇੱਥੇ ਆਓ, ਜੇ ਉਹ ਆਪਣੇ 10 ਕੇਂਦਰ ਦੇ ਮੰਤਰੀ ਇੱਥੇ ਭੇਜ ਸਕਦੇ ਹੈ ਇਹ ਦੱਸਣ ਵਾਸਤੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਕਿ ਭਾਈ ਬਿੱਲ ਦੀ ਅਹਿਮੀਅਤ ਕੀ ਹੈ, ਬਿੱਲ ਦੇ ਪਲੱਸ ਪੁਆਇੰਟ ਕੀ ਨੇ, ਬਿੱਲ ਅਸੀਂ ਕਿਉਂ ਪਾਸ ਕੀਤਾ ਹੈ, ਤਾਂ ਕੀ ਗੱਲ ਉਹ ਗੱਲਬਾਤ ਪੰਜਾਬ 'ਚ ਬੈਠ ਕੇ ਨਹੀਂ ਕਰ ਸਕਦੇ। ਮੈਂ ਉਦੋਂ ਵੀ ਇਹ ਗੱਲ ਕਹੀ ਸੀ ਔਰ ਕੱਲ੍ਹ ਮੋਰਿੰਡੇ ਵੀ ਗੱਲ ਕਹੀ ਸੀ, ਜਾਓ ਉਦੋਂ ਜਦ ਤੁਹਾਨੂੰ ਪ੍ਰਾਈਮ ਮਿਨਿਸਟਰ ਮਿਲਣਾ ਚਾਹੁੰਦਾ ਹੈ, ਜਾਓ ਉਦੋਂ ਜਦ ਤੁਹਾਨੂੰ ਕੈਬਨਿਟ ਦੇ ਮੰਤਰੀ ਮਿਲਣਾ ਚਾਹੁੰਦੇ, ਜਦੋਂ ਚੀਕ ਪੈ ਜਾਵੇ ਕੇਂਦਰ, ਜਦੋਂ ਉਹ ਕਹਿਣ ਵੀ ਨਹੀਂ ਆਓ ਭਾਈ ਬੈਠ ਕੇ ਸਲਾਹ ਕਰੀਏ। ਤੁਸੀਂ ਮੈਨੂੰ ਦੱਸੋ ਵੀ ਉੱਥੇ 7 ਜਾਣੇ 10 ਜਾਣੇ ਜਿੰਨੇ ਵੀ ਸੀਗੇ ਉੱਥੇ ਤੁਸੀਂ ਚਲੇ ਗਏ, ਉਹਨਾਂ ਨੇ ਸਿਰਫ ਤੁਹਾਨੂੰ ਇਹ ਦਿਖਾਉਣਾ ਸੀ ਕਿ ਅਸੀਂ ਤੁਹਾਡੀ ਰੱਜ ਕੇ ਬੇਇੱਜ਼ਤੀ ਕਰ ਸਕਦੇ ਹਾਂ, ਅਸੀਂ ਤੁਹਾਡੀ ਪਰਵਾਹ ਨਹੀਂ ਕਰਦੇ, ਹੋਵੋਗੇ ਤੁਸੀਂ ਆਪਦੀ ਜਗ੍ਹਾ, ਅਸੀਂ ਪੰਜਾਬ ਨੂੰ ਕੁਝ ਨਹੀਂ ਸਮਝਦੇ। ਮੇਰੇ ਹਿਸਾਬ ਨਾਲ ਐਟਲੀਸਟ ਜੇ ਗੱਲ ਚੱਲੀ ਸੀ ਤਾਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਭਾਈ ਜੀ ਨੇ ਗੱਲ ਕਰਨੀ ਹੈ ਸਾਡੇ ਨਾਲ ਪੰਜਾਬ 'ਚ ਆ ਕੇ ਕਰ ਲੈ। ਤੁਸੀਂ ਐਂ ਕਰੋ, ਕੇਂਦਰ ਮੰਤਰੀ ਸਾਰੇ ਗੱਲ ਦਿਓ, ਇੱਥੇ ਇੱਕ ਡਿਬੇਟ ਤਾਂ ਕਰ ਲਓ ਯਾਰ। ਇੱਕ ਡਿਬੇਟ ਹੁੰਦੀ ਹੈ, ਪਬਲਿਕਲੀ ਡਿਬੇਟ ਹੁੰਦੀ ਹੈ, ਪਬਲਿਕ ਸੁਣੇ। ਤੁਸੀਂ 10 ਮੰਤਰੀ ਬੈਠੋ, ਤੁਸੀਂ ਆਪਦਾ ਪੰਡਾਲ ਬੈਠੋ, ਇੱਧਰ ਮਜ਼ਦੂਰ ਬੈਠੇ, ਮੁਆਜ਼ਿਬ ਬੰਦੇ, ਉਧਰ ਮੰਤਰੀ ਬੈਠੇ ਆ, ਤੁਸੀਂ ਡਿਬੇਟ ਕਰੋ, ਸਾਰੀ ਪ੍ਰੈਸ ਨੂੰ ਬੁਲਾਓ। ਮੀਟਿੰਗ ਦੇ ਵਿੱਚ ਕਮ ਸੇ ਕਮ ਉਹ ਬੰਦੇ ਤਾਂ ਹੋਣੇ ਚਾਹੀਦੇ ਨਾ ਜਿਹੜੇ ਇਸ ਕਾਨੂੰਨ ਨੂੰ ਵਾਪਸ ਲੈ ਸਕਣ ਜਾਂ ਇਸ ਕਾਨੂੰਨ ਨੂੰ ਬਦਲ ਸਕਣ। ਜਿਹੜੇ ਅਫਸਰ ਅੱਜ ਮੀਟਿੰਗ ਦੇ ਵਿੱਚ ਸੀ ਉਹ ਤਾਂ ਕੁਝ ਕਰ ਹੀ ਨਹੀਂ ਸਕਦੇ। ਪਾਰਲੀਮੈਂਟ 'ਚ ਕੀ ਹੁੰਦਾ, ਡਿਬੇਟ ਹੁੰਦੀ ਹੈ ਕਿਸੇ ਸਰਟਨ ਚੀਜ਼ਾਂ 'ਤੇ, ਸਰਟਨ ਬਿੱਲਾਂ 'ਤੇ, ਸਰਟਨ ਮੁੱਦਿਆਂ 'ਤੇ ਡਿਬੇਟ ਹੁੰਦੀ ਹੈ। ਤੇ ਆਪਾਂ ਇੱਥੇ ਬੈਠ ਕੇ ਡਿਬੇਟ ਨਹੀਂ ਕਰ ਸਕਦੇ ਜਦ ਆਪਾਂ ਸਾਰੀ ਪ੍ਰੈਸ ਪੰਜਾਬ 'ਚ ਮੌਜੂਦ ਆ, ਸਾਰੀ ਇੰਡੀਆ ਦੀ ਪ੍ਰੈਸ ਮੌਜੂਦ ਹੈ ਔਰ ਇਹ ਹਾਲਾਤ 'ਚ ਤਾਂ ਸਾਰੇ ਇੱਥੇ ਆਏ ਹੋਏ ਨੇ। ਤੁਸੀਂ ਬੈਠ ਕੇ ਆਪਸ ਡਿਬੇਟ ਕਰਦੇ, ਫਿਰ ਸਾਰਾ ਦਾ ਸਾਰਾ ਕਿੱਸਾ ਲੋਕਾਂ 'ਤੇ ਛੱਡ ਦਿੰਦੇ। ਜੇ ਤੁਸੀਂ ਵਾਕਈ ਚੰਗਾ ਚਾਹੁੰਦੇ ਹੋ
ਫਿਰ ਲੋਕੀ ਡਿਸਾਈਡ ਕਰਦੇ, ਲੋਕੀ ਤੁਹਾਨੂੰ ਦੱਸਦੇ ਕਿ ਜੀ ਇਹ ਗਲਤ ਹੈ ਕਿ ਠੀਕ ਹੈ। ਚਲੋ ਮੈਂ ਇੱਕ ਬਿੱਲ ਦੀ ਗੱਲ ਕਰਦੇ ਆਪਾਂ। ਸੁਖਵਿੰਦਰ ਮੇਰੀ ਸੁਣੋ ਗੱਲ, ਤੁਸੀਂ ਕੁਛ ਨਾ ਕਰੋ, ਜੱਟ ਦੀ ਜ਼ਮੀਨ ਹੈ, ਤੁਸੀਂ ਕਹੋ ਜੀ ਤੂੰ ਫਸਲ ਬੀਜ, ਅਸੀਂ ਤੇਰੀ ਫਸਲ ਲਵਾਂਗੇ ਜਿਵੇਂ ਗਵਰਨਮੈਂਟ ਲੈਂਦੀ ਹੈ। ਗਵਰਨਮੈਂਟ ਲੈਣਾ ਚਾਹੁੰਦੀ, ਪ੍ਰਾਈਵੇਟ ਏਜੰਸੀਆਂ ਦੇ ਦੇਣੀ ਚਾਹੀਦੀ ਹੈ, ਐਕਸੈਪਟੇਬਲ ਹੈ। ਤੁਸੀਂ ਐਗਰੀਮੈਂਟ ਨਹੀਂ ਕਰੋਗੇ, ਇੱਕ ਕਲੌ ਜ਼ਮੀਨ ਦਾ ਤੁਸੀਂ ਐਗਰੀਮੈਂਟ ਨਹੀਂ ਕਰੋਗੇ, ਨਾ 15 ਸਾਲ ਦਾ, ਨਾ 5 ਸਾਲ ਦਾ, ਨਾ 2 ਸਾਲ ਦਾ। ਤੁਸੀਂ ਇੱਕੋ ਹੀ ਗੱਲ ਕਹੋਗੇ, ਅਸੀਂ ਫਸਲ ਬੀਜ ਜੱਟਾ, ਅਸੀਂ ਤੇਰੀ ਫਸਲ ਚੱਕਣੀ ਹੈ, ਤੈਨੂੰ ਦੂਜੀ ਫਸਲ ਦੇ ਪੈਸੇ ਵੀ ਦਿੰਨੇ ਆ, ਠੀਕ ਹੈ, ਜਿੱਦਾਂ ਬਾਹਰਲੇ ਮੁਲਕਾਂ 'ਚ ਹੁੰਦਾ। ਤੇ ਤੇਰਾ ਕੋਈ ਐਗਰੀਮੈਂਟ ਨਹੀਂ, ਜ਼ਮੀਨ ਤੇਰੀ ਹੈ, ਤੂੰ ਜਿਵੇਂ ਮਰਜ਼ੀ ਵਾਹ, ਜਿਵੇਂ ਮਰਜ਼ੀ ਕਰ। ਤੁਸੀਂ ਐਗਰੀਮੈਂਟ ਕਰਦਾ ਲੈ, ਮੈਂ ਕਹਿੰਦਾ ਇੱਕੋ ਹੀ ਕਲੌ ਤੋੜ ਦਿਓ ਤੁਸੀਂ ਵੀ ਸਿਰਫ ਤੇਰੀ ਫਸਲ ਚੱਕਣੀ ਹੈ, ਆਹ ਪੈਸੇ ਤੈਨੂੰ ਦੇਣੇ ਆ, ਦੂਜੀ ਫਸਲ ਜੋਗੇ ਪੈਸੇ ਦੇਣੇ, ਸਾਰੇ ਕਿਸਾਨ ਤੁਹਾਡੇ ਮਗਰ ਲੱਗ ਜਾਣਗੇ। ਹਾਂਜੀ। ਤਾਂ ਹੁਣ ਜਿਸ ਤਰੀਕੇ ਦੇ ਨਾਲ ਹੱਲ ਨਹੀਂ ਹੋਇਆ, ਵਾਪਸ ਵੀ ਆ ਗਏ ਨੇ, ਹੁਣ ਦੁਬਾਰਾ ਵੀ ਹੋ ਸਕਦਾ ਹੈ ਕਿਉਂਕਿ ਪਹਿਲਾਂ ਜਿਹੜੇ ਜੈਣੀ ਸਾਹਿਬ ਨੇ, ਜਿਹੜੇ ਉਹਨਾਂ ਨੇ ਕਮੇਟੀ ਬਣਾਈ ਹੈ ਇੱਕ ਪੰਜਾਬ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ, ਭਾਜਪਾ ਨੇ, ਉਹਦੇ ਚੇਅਰਮੈਨ ਨੇ ਜੈਣੀ ਨੂੰ ਲਾਇਆ। ਉਹ ਕਹਿੰਦੇ ਕਿ ਪਹਿਲੀ ਮੀਟਿੰਗ 'ਚ ਜੇ ਕੁਛ ਨਾ ਸਿੱਟਾ ਨਿਕਲਿਆ ਤਾਂ ਦੂਜੀ ਮੀਟਿੰਗ ਦੇ ਵਿੱਚ ਚਾਲੂ। ਤੁਹਾਨੂੰ ਲੱਗਦਾ ਕਿ ਦੂਜੀ ਮੀਟਿੰਗ 'ਚ ਜਾਣਾ ਚਾਹੀਦਾ? ਜਿਹੜੇ ਬੰਦੇ ਇੱਥੇ ਭੇਜੇ ਇਹਨਾਂ ਨੇ ਮੁਆਜ਼ਿਬ ਬੰਦੇ, ਜਿਸ ਬੰਦਾ ਤੁਸੀਂ ਨਾਂ ਲਿਆ, ਮੈਨੂੰ ਦੱਸੋ ਵੀ ਪਹਿਲਾਂ ਤੁਹਾਨੂੰ ਖੇਤੀਬਾੜੀ ਬਾਰੇ ਪਤਾ ਹੈ ਕੁਛ? ਜਾਂ ਤਾਂ ਤੁਸੀਂ ਐਗਰੀਕਲਚਰਿਸਟ ਹੋ, ਜਾਂ ਤੁਸੀਂ ਕਦੇ ਹਲ ਵਾਹਿਆ ਹੋਵੇ, ਤੁਸੀਂ ਖੇਤੀ ਕੀਤੀ ਹੋਵੇ, ਤੁਹਾਨੂੰ ਕਿਸਾਨ ਦਾ ਦਰਦ ਹੋਵੇ, ਤੁਹਾਨੂੰ ਪਤਾ ਹੋਵੇ ਫਸਲ ਕਿਵੇਂ ਬੀਜੀ ਜਾਂਦੀ ਹੈ, ਕਿਵੇਂ ਪਾਣੀ ਦਿੱਤਾ ਜਾਂਦਾ, ਕਿਵੇਂ ਕੋਰੇ ਤੋਂ ਗਰਮੀ ਤੋਂ ਬਚਾਇਆ ਜਾਂਦਾ, ਕਿਵੇਂ ਧਾਨ ਬੀਜੇ ਜਾਂਦੇ, ਉਹ ਤਕਲੀਫ ਪਹਿਲਾਂ ਤੁਸੀਂ ਝੱਲੀ ਹੈ, ਤਾਂ ਹੀ ਤੁਹਾਨੂੰ ਪਤਾ ਹੋਊਗਾ ਨਾ। ਤੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਬੈਠ ਕੇ ਇੱਕ ਮੀਟਿੰਗ ਕਰੋ, 10 ਕਰੋ, ਤੁਸੀਂ ਡਿਬੇਟ ਕਰੋ ਓਪਨਲੀ। ਇਹ ਕੰਮ ਜਿਹੜੇ ਕਮਰਿਆਂ 'ਚ ਬੰਦ ਕਮਰਿਆਂ 'ਚ ਮੀਟਿੰਗਾਂ ਹੁੰਦੀਆਂ ਨੇ, ਇਹ ਸਭ ਪਖੰਡ ਹੈ, ਇਹ ਸਭ ਝੂਠ ਹੈ। ਤੁਸੀਂ ਡਿਬੇਟ ਕਰਨੀ ਹੈ, ਗੱਲ ਕਰਨੀ ਓਪਨਲੀ ਕਰੋ, ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ। ਤੁਸੀਂ ਜੋ ਕਹਿਣਾ, ਤੁਹਾਡੀ ਗੱਲ ਠੀਕ ਹੋਊਗੀ, ਤੁਹਾਡੀ ਗੱਲ ਮੰਨਣ ਯੋਗ ਹੋਊਗੀ, ਜ਼ਰੂਰ ਮੰਨੀ ਜਾਊਗੀ। ਜਿਹੜੀ ਗੱਲ ਤੁਹਾਡੇ ਮੰਨਣ ਯੋਗ ਨਹੀਂ ਹੋਊਗੀ, ਅਸੀਂ ਉਹ ਨਹੀਂ ਮੰਨਾਂਗੇ, ਗੱਲ ਖਤਮ ਹੋ ਗਈ। ਹੁਣ ਮੈਂ ਤੁਹਾਨੂੰ ਦੱਸਾਂ, ਬਾਕੀ ਤਾਂ ਆਪਣੀ ਆਪਣੀ ਸਮਝ ਹੈ, ਮੇਰੀ ਵੀ ਦਾੜੀ ਧੁੱਪ 'ਚ ਚਿੱਟੀ ਨਹੀਂ ਹੋਈ, ਮੈਂ ਵੀ ਦੇਖਦਾ ਆ ਰਿਹਾ ਹਿੰਦੁਸਤਾਨ ਜਾਂ ਦੁਨੀਆ ਪੜ੍ਹਦਾ ਆ ਰਿਹਾ, ਪਰ ਮੈਨੂੰ ਇੰਟਰਸਟ ਨਹੀਂ ਸੀ। ਅੱਜ ਵੀ ਮੈਨੂੰ ਪੋਲੀਟੀਕਲ ਪਾਰਟੀਆਂ ਨਾਲ, ਲੀਡਰਾਂ ਨਾਲ ਕੁਛ ਨਹੀਂ ਲੈਗਾ ਦੇਗਾ, ਕਿਉਂਕਿ ਮੈਂ ਗੰਦ 'ਚ ਬਹਿਣਾ ਹੀ ਨਹੀਂ ਚਾਹੁੰਦਾ। ਮੈਂ ਉਹ ਕਮਲ ਆ ਜਿਹੜਾ ਗੰਦ 'ਚ ਰਹਿ ਕੇ ਖਿਲਣਾ ਨਹੀਂ ਚਾਹੁੰਦਾ। ਮੈਂ ਉਹ ਕਮਲ ਆ ਜਿਹੜਾ ਇੱਕ ਰੱਬ ਦੇ ਬਗੀਚੇ 'ਚ ਖਿਲਣਾ ਚਾਹੁੰਦਾ। ਹੋਣਾ ਕੀ ਹੈ, ਪੰਜਾਬ ਦੇ ਹਾਲਾਤ ਜੀ ਆਊਟ ਆਫ ਕੰਟਰੋਲ ਹੋ ਚੁੱਕੇ ਹੈ। ਇਹਨਾਂ ਨੇ ਹਾਲਾਤ ਇਹ ਪੈਦਾ ਕਰਨੇ ਹੈ, ਜਿਵੇਂ ਹਿੰਦੁਸਤਾਨ 'ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਫਿਰ ਉਹ ਹਾਰੀ ਸੀ, ਫਿਰ ਉਹ ਅੰਦਰ ਹੋਈ ਸੀ, ਉਸ ਤੋਂ ਬਾਅਦ ਉਹ ਵਾਪਸ ਆ ਕੇ ਜਿੱਤੀ ਸੀ। ਇਹ ਫਿਰ ਗਵਰਨਰ ਰਾਜ ਲਾਉਣਗੇ, ਐਮਰਜੈਂਸੀ ਲਾਉਣਗੇ, ਫਿਰ ਇੱਥੇ ਫੌਜ ਭੇਜਣਗੇ, CRP ਭੇਜਣਗੇ। ਮੈਂ ਬੁਲੰਦ ਆਵਾਜ਼ 'ਚ ਕਹਿ ਰਿਹਾ, ਆਪਣੀ ਸਾਰਿਆਂ ਨੂੰ ਭੇਜ ਕੇ ਇਹ ਕਹਿਣਗੇ, ਫਿਰ ਲਾਉਣਗੇ 100 ਦਫਾ 144 ਕਿ 5 ਬੰਦੇ ਇਕੱਠੇ ਨਹੀਂ ਹੋ ਸਕਦੇ। ਫਿਰ ਜਿੱਥੇ ਅੰਦੋਲਨ ਹੋਊਗਾ ਉੱਥੇ ਕੁੱਟਮਾਰ ਹੋਊਗੀ, ਪੁਲਿਸ ਆਊਗੀ, ਗੋਲੀਆਂ ਚੱਲਣਗੀਆਂ। ਜਦ ਤੱਕ ਪੰਜਾਬ ਦੀ ਇਸ ਧਰਤੀ ਤੇ ਇਹ ਕਿਸਾਨਾਂ ਦਾ ਖੂਨ ਡੋਲ ਨਹੀਂ ਲੈਂਦੇ, ਇਹ ਓਨੀ ਦੇਰ ਜਿਹੜੀ ਪਿਆਸ ਹੈ ਇਹਨਾਂ ਲੋਕਾਂ ਦੀ ਨਹੀਂ ਬੁਝਣੀ। ਕਿਉਂਕਿ ਮੇਰਾ ਇਹ ਮੰਨਣਾ ਹੈ, ਕਾਲੀ ਯੁੱਗ ਦੇ ਇਸ ਦੌਰ ਦੇ ਵਿੱਚ ਸ਼ੈਤਾਨ ਦਾ ਰਾਜ ਹੈ, ਔਰ ਜਿੰਨੇ ਦੇ ਜਿੰਨੇ ਬੰਦੇ ਨੇ ਇਹ ਹਿੰਦੁਸਤਾਨ ਦੇ ਟੁਕੜੇ ਕਰਨਾ ਚਾਹੁੰਦੇ ਨੇ, ਹਿੰਦੁਸਤਾਨ ਨੂੰ ਬਰਬਾਦ ਕਰਨਾ ਚਾਹੁੰਦੇ, ਖਾਸ ਕਰ ਪੰਜਾਬ ਨੂੰ। ਕਿਉਂਕਿ ਪੰਜਾਬ ਇਹਨਾਂ ਨੂੰ ਚੁਭਦਾ। ਕਿਉਂ ਚੁਭਦਾ? ਵੀ ਸਾਰੀ ਦੁਨੀਆ ਤੋਂ ਅਸੀਂ ਈਨ ਮਨਾ ਲਈ। ਔਰੰਗਜ਼ੇਬ ਨੇ ਸਾਰੀ ਦੁਨੀਆ ਤੋਂ ਈਨ ਮਨਾ ਲਈ, ਪਰ ਗੁਰੂ ਨਹੀਂ ਚੁੱਕੇ। ਇਹਨਾਂ ਨੇ ਈਨ ਸਭ ਤੋਂ ਮਨਾ ਲਈ, ਸਭ ਇਹਦੇ ਗੋਡੇ ਟੇਕਦੇ, ਸਭ ਜਾਂਦੇ ਆ, ਜਿੰਨੇ ਆਪਣੇ MP ਨੇ, ਜਿੰਨੇ ਚਲੋ ਆਪਾਂ ਪੰਜਾਬ ਦੀ ਗੱਲ ਕਰਦੇ ਸੁਖਵਿੰਦਰ। ਪੰਜਾਬ ਦੇ MP ਦੁਬਾਰਾ ਉਹ ਗੱਲ ਚੱਲ ਪੈਂਦੀ ਹੈ, ਪੰਜਾਬ ਦੇ ਲੀਡਰ। ਤੁਸੀਂ ਲੱਗੋ ਅੱਗੇ, ਚਲੋ ਆਓ, ਤੁਸੀਂ ਕਹੋ ਜੀ ਅਸੀਂ ਬੈਠੇ ਹਾਂ ਕਿਸਾਨਾਂ ਦੇ ਨਾਲ, ਭਾਵੇਂ ਅਸੀਂ BJP ਦੇ ਹਾਂ, ਭਾਵੇਂ ਅਸੀਂ ਆਮ ਪਾਰਟੀ ਦੇ, ਭਾਵੇਂ ਅਕਾਲੀਆਂ ਦੇ, ਭਾਵੇਂ ਕਾਂਗਰਸ ਦੇ। ਬੈਠੋ, ਸਾਡੇ ਨਾਲ ਬੈਠ ਕੇ ਗੱਲ ਕਰੋ। ਜੇ ਜ਼ਰੂਰਤ ਹੈਗੀ ਹੈ, ਮੈਂ ਜਿਹੜੀ ਗੱਲ ਕਹਿ ਰਿਹਾ, ਜੇ ਤੁਸੀਂ ਕਰੋਗੇ ਫਿਰ ਮੈਂ ਮੰਨੂਗਾ ਹਾਂ ਤੁਸੀਂ ਮਾੜੀ ਮੋਟੀ ਸੱਚਾਈ ਤੁਹਾਡੀ 'ਚ ਹੈਗੀ ਹੈ। BJP ਵਾਲੇ ਜਿਹੜੇ ਦੁਕਾਨਾਂ ਤੇ ਬੈਠ ਕੇ ਲੀਡਰ ਬਣੇ ਹੋਏ ਨੇ, ਉਹ ਕਹਿੰਦੇ ਕਿ ਇਹ ਬਿੱਲ ਹੀ ਕਿਸਾਨਾਂ ਵਾਸਤੇ ਬਹੁਤ ਵਧੀਆ। ਉਹ ਤਾਂ ਕਿਸਾਨਾਂ ਨੂੰ ਸਮਝਾਈ ਜਾਂਦੇ, ਕਹਿੰਦੇ ਬਿੱਲ ਬਹੁਤ ਵਧੀਆ। ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਦੁਕਾਨਾਂ ਤੇ ਬੈਠ ਕੇ ਕਿਸਾਨਾਂ ਨੂੰ ਸਮਝਾਉਣਗੇ? ਚਲੋ ਮੈਂ ਇੱਕ ਗੱਲ ਇਹਨਾਂ ਨੂੰ ਪੁੱਛਦਾ, ਬਿੱਲ ਬਹੁਤ ਵਧੀਆ ਹੈ, ਤੁਸੀਂ ਇਸ ਗੱਲ ਦੀ ਡਿਬੇਟ ਕਰ ਸਕਦੇ ਹੋ? ਤੁਹਾਡੇ ਜਿੰਨੀ ਜ਼ਰੂਰਤ ਹੈ, ਤੁਹਾਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ, ਤੁਸੀਂ ਵਾਕਈ ਆਪਣੀ ਮਾਂ ਦੇ ਜੰਮੇ ਹੋ ਔਰ ਵਾਕਈ ਹਿੰਦੁਸਤਾਨ ਦਾ ਚੰਗਾ ਸਮਝਦੇ, ਤੁਸੀਂ ਬੈਠ ਕੇ ਬਿੱਲ ਦੀ ਡਿਬੇਟ ਤਾਂ ਕਰ ਲਓ। ਉਸ ਤੋਂ ਬਾਅਦ ਲੋਕਾਂ ਦਾ ਵਿਊ ਪੁਆਇੰਟ ਲੈ ਲਓ। ਲੋਕਾਂ ਦੇ ਵਿੱਚ ਡਿਬੇਟ ਕਿਉਂ ਨਹੀਂ ਹੋ ਰਹੀ ਸੁਖਵਿੰਦਰ? ਜਿਨ੍ਹਾਂ ਕੋਲੇ 5 ਤੋਂ ਲੈ ਕੇ 100 ਕਿੱਲੇ ਤੱਕ, 150 200 ਕਿੱਲੇ ਤੱਕ ਜ਼ਮੀਨਾਂ ਨੇ, ਉਹ ਬੰਦੇ ਕਹਿ ਰਹੇ ਨੇ ਕਿ ਇਹ ਜ਼ਮੀਨਾਂ, ਇਹ ਬਿੱਲ ਜਿਹੜੇ ਹੈਗੇ ਜ਼ਮੀਨਾਂ ਦੇ ਹੱਕ 'ਚ ਨਹੀਂ, ਕਿਸਾਨਾਂ ਦੇ ਹੱਕ 'ਚ ਨਹੀਂ। ਤੇ ਦੁਕਾਨਾਂ ਤੇ ਬਹਿਣ ਵਾਲੇ ਬੰਦੇ ਇਹ ਗੱਲ ਕਹਿ ਰਹੇ ਆ ਕਿ ਹੱਕ 'ਚ ਨਹੀਂ। ਨਹੀਂ, ਮੇਰੀ ਗੱਲ ਨਹੀਂ ਸਮਝੇ। ਇਹ ਤਾਂ ਉਹ ਗੱਲ ਹੈ ਵੀ ਕਿਸੇ ਨੇ ਕਿਤਾਬ ਵੀ ਨਹੀਂ ਪੜ੍ਹੀ ਤਾਂ ਪੜ੍ਹਿਆ ਲਿਖਿਆ ਬਣ ਗਿਆ। ਮੈਂ ਉਹ ਆਰਟੀਕਲ 25 ਪੜ੍ਹ ਰਿਹਾ ਸੀਗਾ, ਉਹ ਮੈਨੂੰ ਕਿਸੇ ਨੇ ਭੇਜਿਆ ਹੈ, ਮੈਂ ਦੇਖ ਰਿਹਾ ਸੀ। ਮੈਂ ਕਿਹਾ ਵੀ ਇੰਨੀ ਅਨਪੜ੍ਹਤਾ, ਸਾਨੂੰ ਇਹੀ ਨਹੀਂ ਪਤਾ ਜ਼ਿੰਦਗੀ 'ਚ ਕਰ ਕੀ ਰਹੇ ਹਾਂ। ਔਰ ਦੁਕਾਨਾਂ 'ਤੇ ਬੈਠੇ ਬੰਦੇ
ਚਲੋ ਉਹ ਰਾਸ਼ਨ ਦੀ ਗੱਲ ਕਰਨ, ਦਾਲਾਂ ਦੀ ਗੱਲ ਕਰਨ, ਕਰਿਆਨੇ ਵਾਲਾ ਕਰਿਆਨੇ ਦੀ ਗੱਲ ਕਰੇ। ਉਹ ਯਾਰ ਜਿਹਨੇ ਹਲ ਨਹੀਂ ਫੜਿਆ, ਜਿਹਨੇ ਖੇਤੀ ਕੀਤੀ ਨਹੀਂ, ਮੈਨੂੰ ਦੱਸੋ ਵੀ ਉਹ ਬਿੱਲ ਬਾਰੇ ਕੀ ਜਾਣਦਾ। ਪਹਿਲਾਂ ਬਿੱਲ ਨੂੰ ਪੂਰਾ ਪੜ੍ਹਦਾ ਲਓ ਵੀ ਤੁਸੀਂ ਲਿਖਿਆ ਕੀ ਹੈ। ਔਰ ਮੈਂ ਸਮਝਦਾ ਕਿ ਇਹ ਸੁਖਵਿੰਦਰ ਇਹਨਾਂ ਨੇ ਨਾ ਜੱਫਾ ਗਲਤ ਪਾ ਲਿਆ। ਇਹਨਾਂ ਨੇ ਸੋਚਿਆ ਵੀ ਕਸ਼ਮੀਰ ਅਸੀਂ ਫੌਜ ਭੇਜਤੀ, 370 ਆਰਟੀਕਲ ਅਸੀਂ ਤੋੜ ਲਿਆ, ਉੱਥੇ ਜਦ ਤੱਕ ਫੌਜ ਲੱਗੀ ਹੈ ਤਦ ਤੱਕ ਠੀਕ ਹੈ, ਜਦੋਂ ਫੌਜ ਮਾੜੀ ਜੀ ਹਟਾਓ ਤਾਂ ਸਹੀ, ਫਿਰ ਲੱਗਦਾ ਪਤਾ। ਬਹੁਤ ਤੇਰੀ ਉਹਨਾਂ ਨੂੰ ਤਾੜੀ ਰੱਖਿਆ। ਹਾਂ, ਤਾੜੀ ਰੱਖਿਆ ਉਹਨਾਂ ਦੇ ਜੀ। ਇਹਨਾਂ ਨੇ ਪੋਲੀਟੀਸ਼ੀਅਨ ਖੈਰ ਉਹ ਵੀ ਇਦਾਂ ਦੀ, ਉਹ ਵੀ ਚੋਰ ਨੇ ਮੰਡਲੀ। ਤੇ ਹੁਣ ਪੰਜਾਬ ਦੇ ਵਿੱਚ ਇਹ ਸਮਝਦੇ ਨੇ ਵੀ ਅਸੀਂ ਇੱਥੇ ਐਮਰਜੈਂਸੀ ਲਾ ਕੇ, ਇੱਥੇ ਅਸੀਂ ਗਵਰਨਰ ਰਾਜ ਕਰਕੇ ਤੇ ਇੱਥੇ ਫੌਜ ਭੇਜ ਕੇ। ਇੱਕ ਮਿੰਟ, ਤੁਹਾਨੂੰ ਚੀਨ ਨਾਲ ਤੁਹਾਡੇ ਲੜਿਆ ਨਹੀਂ ਜਾਂਦਾ, ਤੁਸੀਂ ਮੋਕ ਮਾਰਦੇ ਹੋ। ਪਾਕਿਸਤਾਨ ਨਾਲ ਤੁਹਾਡੇ ਲੜਿਆ ਨਹੀਂ ਜਾਂਦਾ, ਆਹ ਨਿੱਕਾ ਜਿਹਾ ਪਾਕਿਸਤਾਨ। ਗੱਲਾਂ ਤੁਸੀਂ ਪੰਜਾਬ ਦੀਆਂ ਕਰਦੇ। ਜੇ ਲੜਦੇ ਵੀ ਨੇ ਤਾਂ ਪੰਜਾਬੀਆਂ ਦੇ ਦਮ। ਅੱਜ ਇਹ ਬਚਾਏ ਨੇ, ਅੱਜ ਜੇ ਇਹਨਾਂ ਦੀ ਇੱਜ਼ਤਾਂ ਬਚਾਈਆਂ ਨੇ, ਮੈਂ ਤੁਰ ਤੋਂ ਕਹਿੰਦਾ ਨਾ, ਅੱਜ ਵੀ ਉਹ ਪੰਜਾਬੀ ਲੜਦੇ ਨੇ, ਸਿੱਖ ਲੜਦੇ ਨੇ। ਪੰਜਾਬ ਹੈਗਾ ਤਾਂ ਹਿੰਦੁਸਤਾਨ ਹੈਗਾ। ਤੁਸੀਂ ਪੰਜਾਬ ਨੂੰ ਮਾੜਾ ਜਿਹਾ ਅੱਡ ਤਾਂ ਕਰਕੇ ਦੇਖੋ ਹਿੰਦੁਸਤਾਨ ਨੂੰ। ਮੈਂ ਜਰਨੈਲ ਸੀਗਾ ਇਹਨਾਂ ਦਾ, ਜਿਹਨੇ ਆ ਫਾਂਸੀ ਲਾਈ ਸੀ ਭੁੱਟੋ ਨੂੰ, ਮੈਂ ਨਾਂ ਭੁੱਲ ਗਿਆ ਉਹਦਾ। ਉਹ ਕਹਿੰਦਾ ਸੀ ਮਾੜਾ ਜਿਹਾ ਪੰਜਾਬ ਨੂੰ ਪਾਸੇ ਕਰੋ ਤੇ ਅਸੀਂ ਗੋਆ ਤੱਕ ਝੰਡਾ ਗੱਡ ਦੇਵਾਂਗੇ। ਇਹ ਉਹਦੀ ਰਿਟਨ ਉਹਦੀ ਸਟੇਟਮੈਂਟ ਹੈ ਪ੍ਰੈਸ ਦੇ ਵਿੱਚ। ਤੁਸੀਂ ਮਾੜਾ ਜਿਹਾ ਪੰਜਾਬ ਨੂੰ ਪਾਸੇ ਤਾਂ ਕਰੋ। ਤੁਸੀਂ ਕਹਿ ਦਿਓ ਜਾਓ ਵੀ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ, ਅਸੀਂ ਤੁਹਾਨੂੰ ਕੁਝ ਨਹੀਂ ਦੇਣਾ, ਅਸੀਂ ਥੋਥੋਂ ਬਗੈਰ ਵੀ ਜ਼ਿੰਦਗੀ ਤੁਹਾਡੇ ਨਾਲ ਵਧੀਆ ਜੀ ਕੇ ਦਿਖਾ ਦਿਆਂਗੇ, ਅਣਖ ਨਾਲ ਜੀ ਕੇ ਦਿਖਾ ਦਿਆਂਗੇ। ਨਾ ਸਾਨੂੰ ਪਾਕਿਸਤਾਨ ਹੱਥ ਲਾਵੇ, ਨਾ ਅਫਗਾਨਿਸਤਾਨ ਲਾਵੇ, ਤੇ ਜੇ ਤੁਹਾਡੇ ਜ਼ੋਰ ਤਾਂ ਤੁਸੀਂ ਆ ਜਾਓ ਜੀ। ਮੈਂ ਤਾਂ ਇੰਨੀ ਗੱਲ ਕਹਿਣਾ। ਅੱਛਾ, ਫਿਰ ਕੌਮ ਕਿਹੜੀ ਹੈ ਮੋਕ ਮਾਰਨ ਵਾਲੀ? ਕਿਹੜੀ ਕੌਮ ਹੈ ਜਿਹੜੀ ਕਹਿੰਦੀ ਸੀ ਸਾਡਾ ਡੋਲਾ ਲੈ ਜਾਓ ਧੀ ਦਾ, ਸਾਡੀਆਂ ਧੀਆਂ ਲੈ ਜਾਓ, ਸਾਨੂੰ ਨਾ ਕੁਛ ਕੇ? ਇਹ ਉਹ ਕੌਮ ਹੈ ਜਿਹੜੇ 50-50 ਬੰਦੇ 4-4 ਪਠਾਨਾਂ ਦਾ ਮੁਕਾਬਲਾ ਨਾ ਕਰ ਸਕੇ? ਇਹ ਉਹ ਕੌਮ ਹੈ ਜਿਹਨੂੰ ਬਾਬਰ ਨੇ ਲਤਾੜ ਕੇ? ਇਹ ਉਹ ਕੌਮ ਹੈ ਜਿਹਨੂੰ ਗਜ਼ਨਵੀ ਨੇ ਕੀ ਕੀਤਾ? ਮੈਂ ਯਾਦ ਕਰਾਵਾਂ ਗਜ਼ਨਵੀ ਕੀ ਨਹੀਂ ਕੀਤਾ। ਗਜ਼ਨਵੀ ਔਰਤਾਂ ਨੂੰ ਬੰਨ੍ਹ ਲੈਂਦਾ ਸੀ, ਆਪਣੀ ਫੌਜ ਨੂੰ ਕਹਿੰਦਾ ਸੀ ਇਹਨਾਂ ਨਾਲ ਜਨਾਹ ਕਰੋ, ਇਹਨਾਂ ਨੂੰ ਪ੍ਰੈਗਨੈਂਟ ਕਰੋ, ਇਹਨਾਂ ਤੋਂ ਜਿਹੜੇ ਬੱਚੇ ਨਿਕਲਣਗੇ ਉਹ ਮੇਰੀ ਫੌਜ ਭਰਤੀ ਹੋਣਗੇ। ਜਿੰਨੇ ਬੰਦੇ ਸੀ, ਕਦੇ ਸਿਰ ਵੱਢਦਾ, ਲੱਤ ਵੱਢਦਾ, ਵੱਢ ਕੇ ਖੂਨ ਨਿਚੋੜ ਕੇ ਗਲਾਸ 'ਚ, ਫਿਰ ਉਹ ਹੱਸਦਾ ਹੁੰਦਾ ਤੇ ਫਿਰ ਪੀਂਦਾ ਹੁੰਦਾ। ਉਹ ਗਜ਼ਨਵੀ ਦੀਆਂ ਗੱਲਾਂ ਜੇ ਜਾਣਦੇ ਨੇ। ਔਰ ਮੈਨੂੰ ਕਈ ਪੁੱਛਦੇ ਨੇ ਇਹ ਗਜ਼ਨਵੀ ਕੌਣ ਸੀ? ਮੈਂ ਕਿਹਾ ਤੇਰੇ ਮਾਮੇ ਦਾ ਮੁੰਡਾ ਸੀ, ਤੁਹਾਨੂੰ ਇਹੀ ਨਹੀਂ ਪਤਾ ਤੁਹਾਡੀ ਹਿਸਟਰੀ ਕੀ ਹੈ। ਅੱਜ ਵੀ ਸਰ ਹਿੰਦੁਸਤਾਨ ਦੇ ਵਿੱਚ 33% ਮੁਸਲਮਾਨ ਨੇ। ਬਾਈ ਚਾਂਸ ਕੱਲ੍ਹ ਨੂੰ ਕੋਈ ਇਹੋ ਜਿਹੀ ਗੱਲ ਬਣ ਗਈ ਤੇ ਜੇ ਧੁਰੇ ਦੋ ਬਣ ਗਏ ਵੀ ਮੁਸਲਮਾਨ ਇੱਕ ਪਾਸੇ ਹੋ ਗਏ, ਇਹ ਜਨਾਬ ਇੱਕ ਪਾਸੇ ਹੋ ਗਏ, ਤਾਂ ਭੱਜਣ ਨੂੰ ਇਹਨਾਂ ਨੂੰ ਥਾਂ ਨਹੀਂ ਦਿਖਣਾ। ਇਹ ਸਿਰਫ ਪਤਾ ਆਕੜ ਦੇ ਕਿਸ ਗੱਲ ਤੇ ਹੈ? ਸਾਡੇ ਕੋਲ ਫੌਜ ਹੈ, ਅਸੀਂ ਕੁਰਸੀ ਤੇ ਹਾਂ, ਸਾਡੇ ਕੋਲ CRP ਹੈ, ਹਮ ਯੂ ਕਰ ਦੇਂਗੇ, ਹਮ ਉਹ ਕਰ ਦੇਂਗੇ। ਇਹ ਕਿਹੜਾ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਰਹਿਣ ਬਹਾਰਾਂ। ਤੇ ਜੇ ਹਾਂ ਹੁਣ ਚੀਨ 'ਚ ਕੀ ਹੋਇਆ? ਅਜੇ ਸਿੱਖ ਭਾਈ ਹੈ। ਮਾੜਾ ਜਿਹਾ ਸਿੱਖਾਂ ਨੂੰ ਹਟਾ ਕੇ ਦੇਖੋ। ਚਲੋ ਪੰਜਾਬ ਨੂੰ ਪਾਸੇ ਕਰੋ, ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ, ਰਿਲੀਜਨ ਦੀ ਗੱਲ ਨਹੀਂ ਕਰਦਾ। ਤੁਸੀਂ ਕੋਈ ਪੰਜਾਬੀਆਂ ਨੂੰ ਹਟਾ ਕੇ ਦੇਖੋ, ਫਿਰ ਇੱਕ ਜੰਗ ਲੜ ਕੇ ਦਿਖਾਓ, ਫਿਰ ਮੈਂ ਤੁਹਾਨੂੰ ਪੁੱਛੂੰਗਾ ਵੀ ਤੇ ਨਿੱਕੇ ਨੇ ਪਾਣੀ 'ਚੋਂ। ਚਲੋ ਇਹ ਵੀ ਛੱਡੋ, ਬੜੀ ਧੁਰ ਦੀਆਂ ਗੱਲਾਂ ਨੇ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਹੁਤ ਜ਼ਰੂਰੀ ਇਹ ਹੈ ਵੀ ਕਿਸਾਨਾਂ ਦੇ, ਆਪਾਂ ਬਿੱਲ ਦੀ ਗੱਲ ਕਰਦੇ ਹਾਂ, ਕਿਸਾਨਾਂ ਦੀ ਗੱਲ ਕਰਦੇ ਹਾਂ, ਤੁਸੀਂ ਡਿਬੇਟ ਓਪਨਲੀ ਕਰੋ। ਡਿਬੇਟ ਤੁਹਾਡੀ ਓਪਨ ਪ੍ਰੈਸ ਦੇ ਵਿੱਚ ਹੋਣੀ ਚਾਹੀਦੀ ਹੈ, ਦੁਨੀਆ ਨੂੰ ਸੁਣਨਾ ਚਾਹੀਦਾ। ਜੋ ਹਿੰਦੁਸਤਾਨ ਦੇ ਲੋਕ ਕਹਿਣਗੇ, ਦੁਨੀਆ ਦੇ ਲੋਕ ਕਹਿਣਗੇ, ਤੁਸੀਂ ਉਹ ਮੰਨ ਲਓ, ਗੱਲ ਖਤਮ ਹੋ ਗਈ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ, ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਇੱਕ ਪਾਸੋਂ ਬੇਅਦਬੀ ਤਾਂ ਆਪਾਂ ਦੇਖਦੇ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਉੱਥੇ, ਤੇ ਉਦੋਂ BJP ਦੇ ਉੱਪਰ ਕੁਝ ਲੀਡਰਾਂ ਦੇ ਉੱਪਰ ਹਮਲੇ ਵੀ ਹੋਣੇ ਸ਼ੁਰੂ ਹੋ ਗਏ ਆ। ਪੰਜਾਬ ਦੇ ਜਿਸ ਤਰੀਕੇ ਦੇ ਨਾਲ ਹਾਲਾਤ ਬਣਾਏ ਜਾ ਰਹੇ ਆ, ਇਹ ਗਵਰਨਰ ਰਾਜ ਦੀ ਤਿਆਰੀ ਹੈ। ਕਮਾਲ ਦੀ ਗੱਲ ਤਾਂ ਇਹ ਹੈ ਵੀ 10 ਬੰਦੇ ਤੁਸੀਂ ਕੇਂਦਰ ਤੋਂ ਭੇਜ ਕੇ ਇੱਥੇ ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ। ਜਿਹੜਾ ਮਾੜਾ ਜਿਹਾ ਰੈਲੀਆਂ 'ਚ ਤਾਂ ਆ ਜਿਹੜਾ MP ਹੈ ਜਾਂ MP ਨੇ ਆਪਣੇ ਮਾੜਾ ਜਿਹਾ ਰੈਲੀਆਂ 'ਚ ਆਓ ਤਾਂ ਸਹੀ, ਉੱਥੇ ਆ ਕੇ ਸੰਬੋਧਿਤ ਤਾਂ ਕਰੋ। ਇੰਨੀ ਦੁਨੀਆ ਬੈਠੀ ਹੈ, ਆਓ ਮਾਈਕ ਫੜੋ, ਬੋਲੋ, ਆਓ ਇੱਕੋ ਸਟੇਜ 'ਤੇ ਸਾਰੇ ਚੱਲਦੇ ਆ। ਤੁਸੀਂ ਆਪਣੀ ਪੱਖ ਰੱਖੋ, ਅਸੀਂ ਆਪਣੀ ਗੱਲ ਕਰਾਂਗੇ। ਜਿਹੜੀ ਗੱਲ ਕਿਸਾਨਾਂ ਨੂੰ ਚੰਗੀ ਲੱਗੂਗੀ ਉਹ ਤੁਸੀਂ ਸੰਪੂਰਨ ਕਰ ਲਿਓ। ਉੱਥੇ ਕਿਉਂ ਨਹੀਂ ਆਉਂਦੇ? ਡਰਦੇ ਕਿਉਂ? ਸਨੀ ਦਿਓਲ ਵੀ ਗੁਰਦਾਸਪੁਰ ਤੋਂ MP ਹੈ। ਗੁਰਦਾਸਪੁਰ ਦੇ ਵਿੱਚ ਵੀ ਬੜੇ ਵੱਡੇ ਧਰਨੇ ਨੇ। ਉਹਨੇ ਨਾ ਬਿਆਨ ਆਇਆ ਕੋਈ, ਨਾ ਕੁਝ ਹੋਰ। ਇੱਕ ਉਦਘਾਟਨ ਕਹਿੰਦਾ ਕਰਨਾ ਮੈਂ ਵਰਚੁਅਲ ਮੀਟਿੰਗ ਦੇ ਥਰੂ। ਮੈਂ ਕਿਹਾ ਆ ਤਾਂ ਸਹੀ, ਵਰਚੁਅਲ ਮੀਟਿੰਗ ਦਾ ਤਾਂ ਹੈ ਵੀ ਹਾਏ ਮੈਨੂੰ ਕੋਈ ਕੁਝ ਕਹਿ ਨਾ ਦੇਵੇ। ਜੇ ਵਾਕਈ ਜਿਹੜਾ ਸੱਚਾ ਬੰਦਾ ਹੁੰਦਾ, ਗੁਰੂ ਤੇ ਸਾਡੇ ਗੁਰੂ ਸੱਚੇ ਸੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਸਾਰੇ ਸੱਚੇ ਸੀ, ਤਾਂ ਫਿਰ ਇਕੱਲੇ ਦਿੱਲੀ ਚਲੇ ਗਏ ਨਾ ਪੰਜ ਸਿੰਘਾਂ ਨੂੰ ਲੈ ਕੇ। ਹੈ ਹਾਂ ਵੀ ਦੱਸ ਔਰੰਗਜ਼ੇਬ ਕੀ ਕਹਿਣਾ ਚਾਹੁੰਦਾ? ਉਹ ਜੇ ਤੁਸੀਂ ਐਡੇ ਮਾਂ ਦੇ ਜੰਮੇ ਹੋ, ਐਡੀ ਗੱਲਬਾਤ ਹੈ, ਐਡੀ ਤੁਸੀਂ ਸਮਝਦੇ ਹੋ ਵੀ ਸੱਚੇ ਹੋ, ਆਓ ਨਾ ਫਿਰ ਬੈਠੀਏ ਆਪਾਂ। ਮੈਂ ਜਾ ਰਿਹਾ, ਤੁਸੀਂ ਵੀ ਆਓ, ਸਾਰੇ ਆਓ, ਚਲੋ ਮੇਰੇ ਨਾਲ ਹੀ ਖੜ ਜਾਓ ਆ ਕੇ। ਤੁਸੀਂ ਮੇਰੇ ਨਾਲ ਹੀ ਗੱਲਬਾਤ ਕਰ ਲਓ। ਲੈਟਸ ਟਾਕ ਲਾਈਕ ਜੈਂਟਲਮੈਨ। ਮੈਂ ਕਹਿੰਦਾ
ਪਰ ਆਪਾਂ ਗੱਲ ਦਾ ਮੁੱਦਾ ਕਿਸਾਨਾਂ ਦੇ ਸਾਹਮਣੇ ਤਾਂ ਕਰੀਏ। ਸਟੇਜ ਤੇ ਕਿਉਂ ਨਹੀਂ ਆਇਆ ਅੱਜ ਤੱਕ? ਇੱਕ ਵੀ ਸੈਂਟਰ ਦਾ ਜਿਹੜਾ ਇਹਨਾਂ ਨੇ ਮੰਤਰੀ ਭੇਜੇ ਕਿਉਂ ਨਹੀਂ ਆਉਂਦੇ? ਕਾਹਦੇ ਵਾਸਤੇ? ਮੈਂ ਜਾ ਰਿਹਾ ਹੁਸ਼ਿਆਰਪੁਰ, ਮੈਂ ਜਾ ਰਿਹਾ ਬਠਿੰਡੇ, ਮੈਂ 10 ਜਗ੍ਹਾ ਜਾ ਕੇ ਮੀਟਿੰਗ ਕਰ ਰਿਹਾ। ਮੈਂ ਕੀ ਕਹਿ ਰਿਹਾ? ਮੈਂ ਉਹਨਾਂ ਨੂੰ ਹਿੰਦੁਸਤਾਨ ਦਾ ਇਤਿਹਾਸ ਪੜ੍ਹਾ ਰਿਹਾ, ਉਹਨਾਂ ਦਾ ਇਤਿਹਾਸ ਪੜ੍ਹਾ ਰਿਹਾ। ਮੇਰਾ ਕੰਮ ਇਹ ਹੈ ਕਿ ਕੌਮ ਨੂੰ ਜਾਗਰੂਕ ਕਰਨਾ ਹੈ। ਤਕੜੇ ਰਹੋ, ਤਕੜੇ ਰਹਿਣਾ, ਕੋਈ ਗੱਲ ਹੀ ਕੋਈ ਨਹੀਂ। ਓਹੋ, ਅਨੰਦਪੁਰ ਸਾਹਿਬ ਦੀ ਲੜਾਈ 9 ਮਹੀਨੇ ਚੱਲੀ। ਕਿੰਨੇ ਸਿੰਘ ਸੀ? ਰਾਸ਼ਨ 3 ਮਹੀਨੇ ਬਾਅਦ ਮੁੱਕ ਗਿਆ। ਕਿਵੇਂ ਅੰਦਰੋਂ ਰਹੇ, ਕਿਵੇਂ ਨਹੀਂ ਰਹੇ, ਭਾਈ ਗੁਰਦਾਸ ਜੀ ਨੇ ਲਿਖਿਆ, ਆਪਾਂ ਨੂੰ ਵੀ ਪਤਾ ਹੈ। ਫਿਰ ਵੀ ਚੜ੍ਹਦੀ ਕਲਾ 'ਚ ਬਾਹਰ ਆਏ ਨਾ, ਫਿਰ ਵੀ ਮੁਗਲਾਂ ਲੜੇ, ਫਿਰ ਵੀ ਉਹਨਾਂ ਦਾ ਜੜ ਪੱਟੀ ਗਈ। ਤੇ ਕੀ ਹੋ ਜਾਊਗਾ? ਭੁੱਖੇ ਮਰ ਜਾ, ਕੋਈ ਗੱਲ ਨਹੀਂ। ਆਹ ਫਸਲ ਪਈ ਆ, ਮੈਂ ਫਸਲ ਨੂੰ ਅੱਗ ਲਾਤੀ, ਜਾ ਨਹੀਂ ਦੇਣੀ, ਕੋਈ ਗੱਲ ਨਹੀਂ। ਮੈਂ ਮਰ ਜੂ, ਮੇਰਾ 10 ਹੋਰ ਮਰਨਗੇ, ਲੱਖ ਮਰਨਗੇ, 2 ਲੱਖ ਮਰਨਗੇ, ਫਸਲ ਨਹੀਂ ਦੇਣੀ। ਆਹ ਪਈ ਹੈ, ਹੱਥ ਲਾ ਕੇ ਦਿਖਾਓ, ਸਾਡੇ ਖੇਤ 'ਚ ਵੜ ਕੇ ਦਿਖਾਓ। ਇਹ ਮੈਂ ਕਹਿੰਦਾ, ਜੇ ਅਣਖ ਤੇ ਗੱਲ ਆਈ ਗਈ, ਜੇ ਪੰਜਾਬ ਦੀ ਧਰਤੀ ਤੇ ਗੱਲ ਆਈ ਗਈ ਤਾਂ ਫਿਰ ਫਸਲ ਦੇਣੀ ਨਹੀਂ। ਜਾਓ, ਤੁਹਾਡੇ ਕੋਲ 3 ਸਾਲ ਦਾ ਅਨਾਜ ਹੈਗਾ, ਕੋਈ ਗੱਲ ਨਹੀਂ, ਅਸੀਂ ਉਦੋਂ ਤੱਕ ਲੜਾਂਗੇ ਜਦ ਤੱਕ ਸਾਡਾ ਬੱਚਾ ਸ਼ਹੀਦ ਨਹੀਂ ਹੋ ਜਾਂਦਾ। ਤਾਂ ਗੱਲ ਬਣੂਗੀ। ਹੁਣ ਹੱਲ ਕੀ ਹੈ? ਜੇਕਰ ਤੁਸੀਂ ਵੀ ਵੱਡੇ ਧਰਨਿਆਂ 'ਚ ਜਾਂਦੇ ਹੋ, ਕੱਲ ਵੀ ਤੁਸੀਂ ਜਾਣਾ, 17 ਤਰੀਕ ਨੂੰ ਵੀ ਤੁਸੀਂ ਜਾਣਾ, ਜਿਸ ਤਰੀਕੇ ਦੇ ਨਾਲ ਹਾਲਾਤ ਬਣ ਗਏ ਆ, ਅੱਜ ਉੱਥੇ ਕੋਈ ਸਿੱਟਾ ਨਹੀਂ ਨਿਕਲਿਆ। ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਮੀਟਿੰਗ ਦੇ ਵਿੱਚ ਜੇਕਰ ਪ੍ਰਧਾਨ ਮੰਤਰੀ ਵੀ ਨਹੀਂ ਆਉਂਦਾ ਤਾਂ ਵੀ ਮੇਰੇ ਖਿਆਲ 'ਚ ਹੁਣ ਕਿਸਾਨ ਮੀਟਿੰਗ ਨਹੀਂ ਕਰਨਗੇ। ਤਾਂ ਤੁਸੀਂ ਹੱਲ, ਜੇ ਤੁਹਾਡੇ ਤੋਂ ਪੁੱਛਿਆ ਜਾਵੇ ਜਾਂ ਮੈਂ ਆਪਾਂ ਡਿਸਕਸ਼ਨ ਦੇ ਤੌਰ 'ਤੇ ਗੱਲ ਕਰੀਏ, ਤਾਂ ਹੱਲ ਕੀ ਹੋਣਾ ਚਾਹੀਦਾ? ਸੁਖਵਿੰਦਰ, ਮੈਂ ਮੁਰੰਡੇ ਹੋ ਕੇ ਨਾ, ਆਪਣੇ ਕਿਸਾਨ ਕੀ ਕਰਨ? ਹਾਂ, ਮੈਂ ਮੁਰੰਡੇ ਹੋ ਕੇ ਤੇ ਮੈਂ ਮਾਨਸਾ ਚਲਾ ਗਿਆ। ਉੱਥੇ ਮੀਟਿੰਗ ਸੀ। ਰਾਹ ਦੇ ਵਿੱਚ ਜਦੋਂ ਮੈਂ ਆ ਰਿਹਾ ਸੀ, ਮੈਂ ਇੱਕ ਜਗ੍ਹਾ ਟੋਲ ਪਲਾਜ਼ੇ ਤੇ ਗੱਡੀ ਖੜੀ ਕੀਤੀ ਤੇ ਮੈਂ ਭੁੱਬਾ ਮਾਰ ਕੇ ਰੋਣ ਲੱਗ ਗਿਆ। ਕਿਸਾਨ ਬੈਠਾ, ਬਣੈਣ ਵੀ ਨਹੀਂ ਪਾਈ, ਕੱਚਾ ਪਾਇਆ। ਮੈਂ ਰੋਕ ਕੇ ਪੁੱਛਿਆ, ਮੈਂ ਬਾਈ ਜੀ ਆ ਗਏ, ਬਾਈ ਜੀ ਆ ਗਏ। ਮੈਂ ਕਿਹਾ ਯਾਰ, ਕਹਿੰਦੇ ਰੋਟੀ ਖਾਦੇ ਨੂੰ 3 ਦਿਨ ਹੋ ਗਏ। ਔਰਤਾਂ ਉਹਨਾਂ ਦੀਆਂ ਖਾਣਾ ਬਣਾ ਕੇ ਲਿਆਉਂਦੀਆਂ, ਉੱਥੇ ਬਹਿ ਜਾਂਦੀਆਂ। ਇੱਕ ਵਾਰੀ ਸਾਰੇ ਪੰਜਾਬ ਦਾ ਵੇਰਵਾ ਤੱਕ ਲਾ ਕੇ ਦੇਖੋ। ਜਿੰਨੇ ਵੀ ਇੱਥੇ ਸੈਂਟਰ ਤੋਂ ਮੰਤਰੀ ਆਏ, ਮੈਂ ਉਹਨਾਂ ਨੂੰ ਕਹਿਣਾ, ਜਾਓ ਇੱਕ ਪੰਜਾਬ ਦਾ ਗੇੜਾ ਲਾਓ, ਰੈਲੀਆਂ 'ਚ ਜਾਓ, ਦੇਖੋ ਤੁਹਾਡੇ ਭਰਾਵਾਂ ਦਾ, ਤੁਹਾਡੇ ਬਜ਼ੁਰਗਾਂ ਦਾ, ਜਿਨ੍ਹਾਂ ਨੇ ਤੁਹਾਡੇ ਪਿੱਛੇ ਆਪਣੀ ਜ਼ਿੰਦਗੀਆਂ ਲਾਤੀਆਂ, ਤੁਹਾਡੇ ਪਿੱਛੇ ਸਾਰਾ ਕੁਝ ਉਹਨਾਂ ਨੇ ਕੁਰਬਾਨ ਕਰਤਾ, ਉਸ ਬਜ਼ੁਰਗਾਂ ਦਾ, ਉਸ ਭੈਣਾਂ ਦਾ, ਧੀਆਂ ਦਾ, ਤੁਹਾਡੀਆਂ ਮਾਤਾਵਾਂ ਦਾ ਕੀ ਹਾਲ ਹੈ। ਤੁਹਾਨੂੰ ਮਾੜੀ ਮੋਟੀ ਸ਼ਰਮ ਆਊਗੀ। ਕਮਰੇ 'ਚ ਬੈਠ ਕੇ ਏਅਰ ਕੰਡੀਸ਼ਨ ਦੇ ਵਿੱਚ ਟੈਲੀਫੋਨ ਤੇ ਗੱਲ ਕਰਨ ਲਈ ਬਹੁਤ ਸੌਖੀ ਹੈ। ਇੱਕ ਵਾਰੀ ਤੁਰੋ ਤਾਂ ਸਹੀ। ਜੇ ਸੈਂਟਰ ਨੇ ਗੱਲ ਕਰਨੀ ਹੈ ਜਾਂ ਇਹਨਾਂ ਨੇ ਬੰਦੇ ਭੇਜੇ ਨੇ, ਮੈਂ ਪੁਕਾਰ ਕਹਿਣਾ ਵੀ ਤੁਹਾਨੂੰ ਪਹਿਲਾਂ ਜਾ ਕੇ ਤਾਂ ਦੇਖੋ ਹੱਲ ਕੀ ਹੋ ਸਕਦਾ। ਹੱਲ 2 ਗੱਲਾਂ ਹੁੰਦੀਆਂ। ਗੁਰੂ ਸਾਹਿਬ ਨੇ ਆਖਿਆ, ਜਾਂ ਤਾਂ ਅਣਖ ਨਾ ਜੀ ਲੈ। ਜਰਨੈਲ ਭਿੰਡਰਾਂ ਵਾਲਾ ਵੀ ਇਹ ਗੱਲ ਕਹਿ ਗਏ ਸੀ ਵੀ ਜੇ ਅਣਖ ਨਾ ਜੀਣਾ, ਜਦ ਤੱਕ ਮੈਂ ਜਿਉਣਾ ਤਦ ਤੱਕ ਮੈਂ ਅਣਖ ਨਾ ਜੀ ਰਿਹਾ, ਜਦ ਮੈਂ ਮਰ ਗਿਆ ਸਰੀਰ ਮਿੱਟੀ ਹੈ, ਮਿੱਟੀ ਨੂੰ ਕੀ ਹੈ, ਜਿੰਨਾ ਮਰਜ਼ੀ ਕੁੱਟੀ ਜਾ, ਕੋਈ ਫਰਕ ਨਹੀਂ ਪੈਂਦਾ। ਸੋ ਮੈਂ ਸਮਝਦਾ ਕਿ ਅੱਜ ਢੇਰੀ ਢਾਤੀ ਨਾ, ਅੱਜ ਆਪਾਂ ਕਿਸੇ ਗੱਲ ਦਾ ਕੰਪਰੋਮਾਈਜ਼ ਕਰ ਲਿਆ, ਸਾਰੀ ਜ਼ਿੰਦਗੀ ਵਾਸਤੇ ਪੰਜਾਬ ਆਪਣੇ ਹੱਥੋਂ ਚਲੇ ਜਾਊਗਾ। ਫਿਰ ਉਹੀ ਗੱਲ ਹੋਊਗੀ ਜੋ ਮਾਸਟਰ ਤਾਰਾ ਸਿੰਘ ਨੇ ਕੀਤੀ ਸੀ। ਫਿਰ ਉਹੀ ਗੱਲ ਹੋਊਗੀ ਜੋ ਆਰਟੀਕਲ 25 ਦੀ, ਜਿਹੜਾ ਮੈਂ ਉਹ ਮੁੱਦਾ ਬਾਅਦ 'ਚ ਹੈ, ਉਹੀ ਗੱਲ ਹੋਊਗੀ। ਔਰ ਅੱਜ ਦੀ ਡੇਟ ਦੇ ਵਿੱਚ ਜੇ ਲੜਨਾ, ਆਪਾਂ ਆਪਣੇ ਹੱਕਾਂ ਪਿੱਛੇ ਲੜ ਰਹੇ ਹਾਂ। ਜਾਂ ਸਾਨੂੰ ਕੋਈ ਕਹਿ ਦੇ ਭਾਈ ਤੁਸੀਂ ਗਲਤ ਲੜ ਰਹੇ ਹੋ, ਚਲੋ ਕਹਿ ਦੇ, ਕਿਸਾਨਾਂ ਨੂੰ ਕਹਿ ਦੇ ਤੁਸੀਂ ਭਾਈ ਗਲਤ ਕਰ ਰਹੇ। ਕੋਈ ਇੱਕ ਬੰਦਾ ਹੈ ਜਿਹੜਾ ਕਹਿੰਦਾ ਤੁਸੀਂ ਗਲਤ ਕਰ ਰਹੇ। ਸਾਰੀ ਦੁਨੀਆ ਤੋਂ ਆਵਾਜ਼ ਉੱਠੀ ਹੈ, ਉੱਠ ਰਹੀ ਯਾਰ, ਉੱਠਦੀ ਰਹੂਗੀ ਔਰ ਬਹੁਤ ਬੁਲੰਦ ਆਕਾਸ਼ ਤੱਕ ਜਾਊਗੀ। ਜਦ ਜਿਨ੍ਹਾਂ ਨੇ ਇਹ ਕਾਨੂੰਨ ਬਣਾਇਆ, ਜਦ ਉਹੀ ਸਹੀ ਨਹੀਂ ਕਹਿ ਰਹੇ, ਤੁਸੀਂ ਕਿਉਂ ਧੱਕੇ ਨਾਲ ਥੋਪੀ ਜਾ ਰਹੇ? ਤੁਸੀਂ ਜਦ ਜਿਹੜੇ, ਮੈਂ ਕਹਿੰਦਾ 45% 50% ਦਾ ਬੀਜੇਪੀ ਦੇ ਲੀਡਰ ਇਹੋ ਜਿਹੇ ਨੇ, ਜਾਂ ਸੈਂਟਰ ਗਵਰਨਮੈਂਟ ਦੇ ਲੀਡਰ ਇਹੋ ਜਿਹੇ ਨੇ ਜਿਹੜੇ ਆਪ ਕਹਿੰਦੇ ਨੇ ਵੀ ਠੀਕ ਨਹੀਂ ਹੈ। ਮੈਂ ਉਹਨਾਂ ਦੇ ਮੂੰਹ ਸੁਣਿਆ, ਲੇਕਿਨ ਉਹ ਕਹਿਣਾ ਪੈਂਦਾ ਕਿ ਨਹੀਂ, ਕਿਉਂਕਿ ਆਪਣੀ ਕੁਰਸੀ ਤਾਕਤ ਨਾਲ ਚੱਲੇ। ਸਾਡੇ ਐਮਪੀ ਜਿਹੜੇ ਇੱਥੋਂ ਗਏ ਨੇ, ਉਹ ਉੱਥੇ ਜਾ ਕੇ ਕੀ ਕਰਦੇ ਹੈ ਜੀ? ਇੱਕ ਵਾਰੀ ਉੱਠ ਕੇ ਤੁਸੀਂ ਰੈਲੀਆਂ ਜਾਓ ਤਾਂ ਸਹੀ, ਮੈਨੂੰ ਮਾਰ ਦੇਣਗੇ, ਮੈਨੂੰ ਫਲਾਣਾ ਕਰ, ਤੋਂ ਡਰ ਹੈ ਕਿਉਂਕਿ ਤੁਸੀਂ ਚੋਰ ਹੋ। ਭਾਜਪਾ ਦੇ ਐਮਪੀ ਤੱਕ ਹੁਣ ਆਪਾਂ ਜੇ ਗੱਲ ਕਰੀਏ ਧਰਮਿੰਦਰ ਜਾਂ ਸਨੀ ਦਿਓਲ ਦੀ, ਆਪਾਂ ਗੱਲ ਇਸ ਲਈ, ਹਾਂ, ਆਪਾਂ ਇਸ ਲਈ ਨਹੀਂ ਗੱਲ ਕਰ ਰਹੇ ਧਰਮਿੰਦਰ ਤੇ ਸਨੀ ਦਿਓਲ ਦੀ ਕਿ ਉਹ ਐਕਟਰ ਨੇ ਜਾਂ ਕੋਈ ਸੈਲੀਬ੍ਰਿਟੀ ਨੇ, ਪਰ ਗੱਲ ਇਸ ਲਈ ਹੈ ਕਿਉਂਕਿ ਉਹ ਸਾਡੇ ਨੇ ਔਰ ਉਹਨਾਂ ਦੇ ਵਿੱਚ ਬੈਠਦੇ ਨੇ। ਉਹ ਸਾਡੀ ਗੱਲ ਕਮ ਸੇ ਕਮ ਉੱਥੇ ਪਹੁੰਚਾਉਣ ਤੇ ਸਹੀ। ਆਹੀ ਤਾਂ ਗੱਲ ਮੈਂ ਉਦੋਂ ਕਹਿ ਰਿਹਾ ਸੀ। ਦੁੱਖ ਕੀ ਹੈ, ਤਕਲੀਫ ਕੀ ਹੈ, ਦਿਲ ਕਿਉਂ ਰੋਂਦਾ ਹੈ? ਜਿਹੜੇ ਆਪਣੇ ਨੇ, ਆਪਣੇ ਜਿਹੇ ਰਹੇ ਨੇ, ਇੱਕ ਥਾਲੀ 'ਚ ਰੋਟੀ ਖਾਧੀ ਹੈ, ਇੱਕ ਧਰਤੀ ਤੇ ਆਪਾਂ ਪੈਦਾ ਹੋਏ ਹਾਂ। ਤੁਹਾਨੂੰ ਰੱਬ ਨੇ, ਤੁਸੀਂ ਚੰਗੇ ਕਰਮ ਕੀਤੇ ਸੀ, ਤੁਹਾਨੂੰ ਇਹ ਤਾਕਤ ਦਿੱਤੀ ਹੈ, ਤੁਸੀਂ ਜਾ ਕੇ ਐਟਲੀਸਟ ਸੱਚ ਦੀ ਗੱਲ ਤਾਂ ਕਰੋ। ਤੁਸੀਂ ਕਿਸੇ ਵੀ ਪਾਰਟੀ ਦੇ ਹੋ, ਘਰ ਦੇ ਵਿੱਚ ਵੀ ਜਦ ਆਪਾਂ 4 ਜੀ ਰਹਿੰਦੇ ਹਾਂ, ਇਹ ਜ਼ਰੂਰੀ ਨਹੀਂ ਹੈ ਕਿ ਬਾਪ ਹਮੇਸ਼ਾ ਠੀਕ ਹੀ ਹੋਵੇ। ਇਹ ਕੋਈ ਗੱਲ ਗਲਤ ਕਰਦਾ ਤਾਂ ਬੱਚਾ ਉੱਠ ਕੇ ਕਹਿ ਦਿੰਦਾ ਵੀ ਬਾਪੂ ਜੀ ਇਹ ਗੱਲ ਠੀਕ ਨਹੀਂ, ਇਹ ਗਲਤ ਹੈ, ਤੁਸੀਂ ਇਹ ਤਾਂ ਠੀਕ ਨਹੀਂ ਬੋਲੇ ਜਾਂ ਠੀਕ ਨਹੀਂ ਕੀਤਾ। ਜਿਹੜਾ ਚੰਗਾ ਪਿਓ ਹੋਊਗਾ ਸੋਚੂਗਾ, ਕਹੋਗੇ ਹਾਂ ਯਾਰ ਮੇਰੇ ਤੋਂ ਗਲਤੀ ਹੋ ਗਈ, ਆਮ ਸੌਰੀ। ਕੋਈ ਫਰਕ ਨਹੀਂ ਪੈਂਦਾ, ਉਹਨੇ ਬਾਪ ਹੀ ਰਹਿਣਾ, ਉਹਦੇ 'ਚ ਕੋਈ ਫਰਕ ਨਹੀਂ ਪੈਣਾ। ਮੈਂ ਕਹਿੰਦਾ ਵੀ ਤੁਸੀਂ ਆਪਣੇ ਪੰਜਾਬ ਨੂੰ ਤੁਸੀਂ ਆਪਣਾ ਪਰਿਵਾਰ ਕਿਉਂ ਨਹੀਂ ਸਮਝਦੇ?
ਤੁਹਾਨੂੰ ਪੰਜਾਬ ਨੇ ਕੀ ਕਹਿਤਾ? ਮੈਨੂੰ ਦੱਸੋ, ਪੰਜਾਬ ਨੇ ਤੁਹਾਡਾ ਕੀ ਨੁਕਸਾਨ ਕਰਤਾ? ਸਿੱਖਾਂ ਨੇ ਤੁਹਾਡਾ ਕੀ ਨੁਕਸਾਨ ਕਰਤਾ? ਪੰਜਾਬੀਆਂ ਨੇ ਤੁਹਾਡਾ ਕੀ ਨੁਕਸਾਨ ਕਰਤਾ? ਮੈਨੂੰ ਇੱਕ ਵਾਰੀ ਤਾਂ ਦੱਸੋ। ਤੁਸੀਂ ਕਿਉਂ ਇਹ ਕਰਨਾ ਚਾਹੁੰਦੇ ਹੋ? ਕਿਉਂ ਤੁਸੀਂ ਆਪਣੇ ਵੱਡ ਵਡੇਰਿਆਂ ਨੂੰ ਮਾਰਨਾ ਚਾਹੁੰਦੇ ਹੋ? ਕਿਉਂ ਤੁਸੀਂ ਆਪਣੇ ਰਾਹਾਂ 'ਚ ਕੰਡੇ ਬੀਜਦੇ ਹੋ? ਇਹ ਰੱਬ ਨੂੰ ਮਨਜ਼ੂਰ ਨਹੀਂ ਹੈ ਗੱਲ। ਮੈਂ ਗੁਰੂ ਸਾਹਿਬ ਦੀ ਗੱਲ ਦੁਬਾਰਾ ਕਰ ਰਿਹਾ। ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਸੀ, ਤੂੰ ਅੱਲਾ ਦੇ ਵੀ ਖਿਲਾਫ ਚੱਲ ਰਿਹਾ, ਤੂੰ ਨਵਾਜ਼ਾਂ ਪੜ੍ਹਦਾ, ਤੇਰੀ ਨਵਾਜ਼ ਕੀਤੀ ਕੀ ਫਾਇਦਾ? ਤੁਹਾਡੀਆਂ ਪੂਜਾਵਾਂ ਕੀਤੀਆਂ, ਤੁਹਾਡੇ ਮੰਦਰਾਂ 'ਚ ਬੈਠ ਕੇ ਤੁਸੀਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦੇ, ਕੀ ਫਾਇਦਾ ਜਦ ਤੁਹਾਡੇ ਆਪਣੇ ਪਰਿਵਾਰ ਦੇ ਬੱਚੇ ਬਜ਼ੁਰਗਣੀਆਂ ਮਾਤਾਵਾਂ ਭੁੱਖੀਆਂ ਮਰ ਰਹੀਆਂ ਸੜਕਾਂ ਤੇ ਬੈਠੀਆਂ? ਦੱਸੋ ਮੈਨੂੰ। ਆਫਟਰ ਆਲ ਗੱਲ ਕੀ ਹੈ? ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ ਸਦਨ ਨੂੰ, ਸਾਰਿਆਂ ਨੂੰ, ਅਸੀਂ ਤੁਹਾਡਾ ਕੀ ਵਿਗਾੜਿਆ? ਅਸੀਂ ਤੁਹਾਡਾ ਕੀ ਖੋਲਿਆ ਕਿ ਜਿਹੜਾ ਤੁਸੀਂ ਸਾਡੇ ਨਾਲ ਦੁਸ਼ਮਣੀ ਕਰ ਰਹੇ ਹੋ? ਚਲੋ ਉਹ ਤਾਂ ਕਰਦੇ ਰਹੇ, ਮੁਗਲ ਧਰਮ ਪਿੱਛੇ ਕਰਦੇ ਰਹੇ, ਅੰਗਰੇਜ਼ ਕਰਦੇ ਰਹੇ, ਤੁਸੀਂ ਕੀ ਚਾਹੁੰਦੇ ਹੋ? ਵੀ ਸਾਰੇ ਹਿੰਦੂ ਬਣ ਜਾਣ? ਚਲੋ ਇਹੀ ਚਾਹੁੰਦੇ ਹੋ ਵੀ ਆਪਣਾ ਧਰਮ ਬਦਲ ਲਓ ਭਾਈ, ਜਾਂ ਤੁਸੀਂ ਸਾਡੇ ਕੁੱਤੇ ਬਣ ਕੇ ਰਹੋ? ਇਹ ਪੰਜਾਬੀਆਂ ਤੋਂ ਨਹੀਂ ਹੋਣਾ, ਇਹ ਨਹੀਂ ਹੋਣਾ, ਕਿਉਂਕਿ ਗੁਰੂਆਂ ਨੇ ਸਪਿਰਿਟ ਭਰੀ ਹੈ। ਇਸ ਕਰਕੇ ਮੈਂ ਚਾਹੂੰਗਾ, ਅਜੇ ਵੀ ਮੌਕਾ ਹੈ। ਕੱਲ ਨੂੰ ਲੋਕਾਂ ਨੇ ਤੁਹਾਨੂੰ ਖਿੱਚ ਸੈਂਟਰ ਦੇ ਮੰਤਰੀਆਂ ਨੂੰ ਖਿੱਚ ਇਹਨਾਂ ਦੇ MLA ਨੂੰ ਖਿੱਚ MPਆਂ ਨੂੰ ਖਿੱਚ ਟੁਕੜੇ ਕਰਕੇ ਮਾਰ ਦੇਣਗੇ, ਭਾਵੇਂ ਗੋਲੀਆਂ ਜਿੰਨੀ ਮਰਜ਼ੀ ਮਾਰ ਲਿਓ ਜੇ। ਫਿਰ ਉਹੀ ਹਾਲ ਹੋਊਗਾ। ਫਿਰ ਤੁਸੀਂ ਕਹੋਗੇ ਬਾਅਦ ਜੋ ਮਰਜ਼ੀ ਹੋ ਜੇ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਆਹ ਹਾਲਾਤ ਤੁਸੀਂ ਆਪ ਪੈਦਾ ਕਰ ਰਹੇ ਹੋ। ਕੱਲ ਨੂੰ ਜੇ ਗੱਲ ਵਿਗੜ ਗਈ ਤਾਂ ਇਹਦਾ ਜ਼ਿੰਮੇਦਾਰ ਪੰਜਾਬ ਨਹੀਂ ਹੈ, ਤੁਸੀਂ ਹੋ। ਤਾਂ ਅਸੀਂ ਆਪਣਿਆਂ ਨੂੰ ਵੀ ਇਹੀ ਗੱਲ ਕਹਿੰਦੇ ਆ, ਧਰਮਿੰਦਰ ਨੂੰ, ਸਨੀ ਦਿਓਲ ਨੂੰ ਵੀ ਅਸੀਂ ਇਹੀ ਗੱਲ ਕਹਿੰਦੇ ਆ ਕਿ ਹੁਣ ਮੌਕਾ ਪੰਜਾਬ ਦੇ ਹੱਕ ਦੇ ਵਿੱਚ ਬੋਲੋ, ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੋ, ਨਹੀਂ ਤਾਂ ਤੁਹਾਡੇ ਉੱਪਰ ਲੱਗਿਆ ਪੰਜਾਬੀਆਂ ਦਾ ਟੈਗ ਖਤਮ ਹੋ ਜਾਊਗਾ, ਤੁਹਾਨੂੰ ਪੰਜਾਬੀ ਲੋਕ ਮੰਨਣੋਂ ਹਟ ਜਾਣਗੇ। ਆਖਰੀ ਮੌਕਾ ਹੈਗਾ ਤੁਹਾਡੇ ਕੋਲ ਆਪਣੇ ਆਪ ਨੂੰ ਪੰਜਾਬੀ ਸਾਬਤ ਕਰਨ ਦਾ, ਤੇ ਜੇ ਨਾ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਬੋਲੇ ਤਾਂ ਤੁਹਾਡੇ ਉੱਪਰ ਲੱਗਿਆ ਜਿਹੜਾ ਪੰਜਾਬ ਦਾ ਟੈਗ ਆ ਉਹ ਖਤਮ ਹੋ ਜਾਊਗਾ। ਤਾਂ ਭਾਜੀ ਵੀ ਫਾਰਮਰ ਨੇ ਨਾ, ਪੂਨੇ ਕਿੱਡਾ ਵੱਡਾ ਫਾਰਮ ਬਣਾਇਆ, ਕਿੱਡਾ ਖੂਬਸੂਰਤ ਫਾਰਮ ਬਣਾਇਆ। ਜੇ ਕੱਲ ਨੂੰ ਉਹਨਾਂ ਨੂੰ ਜਾ ਕੇ ਕੋਈ ਇਹ ਕਵੇ ਕਿ ਹਾਂ ਬਈ ਆਹ ਬਿੱਲ ਤੇਰੇ ਤੇ ਵੀ ਲਾਗੂ ਹੁੰਦਾ, ਫਿਰ ਉਹਨਾਂ ਨੂੰ ਕਿਹਦਾ ਲੱਗੂਗਾ? ਕਿਉਂਕਿ ਮੁੰਡਾ MP ਹੈ, ਇਸ ਕਰਕੇ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ। ਤੁਸੀਂ ਜੇ ਰੂਲ ਬਣਾਉਣਾ ਸਾਰਿਆਂ ਵਾਸਤੇ ਇੱਕੋ ਜਿਹਾ ਬਣਾਓ। ਕਿੰਨੇ ਲੀਡਰ ਨੇ ਜਿਨ੍ਹਾਂ ਕੋਲ ਅਣਗਿਣਤ ਜ਼ਮੀਨਾਂ ਹੈਗੀਆਂ, 5-5 ਹਜ਼ਾਰ ਕਿੱਲੇ ਚਾਰਜ, ਉਹਨਾਂ ਵਾਸਤੇ ਲਾਗੂ ਨਹੀਂ, ਸਿਰਫ ਉਹਨਾਂ ਵਾਸਤੇ ਲਾਗੂ ਹੈ। ਮੈਂ ਤੁਹਾਨੂੰ ਦੱਸਦਾ ਕੀ ਸੋਚ ਹੈ। 5% ਪੂੰਜੀਪਤੀ ਹੈ ਤਾਂ ਜਿੰਨਾ ਪੰਜਾਬ ਉਹਨੇ ਲੋਕ ਰਹਿ ਜਾਣ, ਸਾਰਾ ਹਿੰਦੁਸਤਾਨ ਜਿਹੜਾ ਹੈ ਭਾਵੇਂ ਮਰ ਵੀ ਜਾਵੇ ਤੇ ਭਾਵੇਂ ਕੁੱਤਿਆਂ ਦੀ ਜੂਨ ਜੀਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਕਿਸੇ ਦੀ ਆਈਡੀਓਲੋਜੀ ਹੁੰਦੀ ਹੈ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਮੈਂ ਬਹੁਤ ਵਾਰੀ ਕਿਹਾ, ਕਿਸੇ ਦੀ ਸੋਚ ਔਰੰਗਜ਼ੇਬ ਵਰਗੀ ਹੁੰਦੀ ਹੈ, ਗਜ਼ਨਵੀ ਵਰਗੀ ਹੁੰਦੀ ਹੈ। ਵੀ ਮੈਂ ਜਿਹੜੇ ਬੰਦੇ ਮੇਰੇ ਪੈਰ ਚੱਟਣਗੇ, ਜਿਹੜੇ ਮੇਰੀ ਗੱਲ ਮੰਨਣਗੇ, ਉਹੀ ਮੇਰੇ ਹੈ, ਬਾਕੀ ਬਾਅਦ 'ਚ ਹੈ ਜੀ। ਮੁਸਲਮਾਨਾਂ ਨੂੰ ਤੁਸੀਂ ਅਸੀਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਹੈ, ਸਿੱਖਾਂ ਨੂੰ ਤੁਸੀਂ ਹਿੰਦੂ ਬਣਾਉਣਾ ਹੈ। ਆਫਟਰ ਆਲ ਆਪਾਂ ਪੜ੍ਹੇ ਲਿਖੇ ਹਾਂ, ਪੜ੍ਹੇ ਲਿਖੇ ਲੋਕ, ਸਿਵਲਾਈਜ਼ਡ ਲੋਕ ਅੱਜ ਦੀ ਦੌਰ ਦੇ ਵਿੱਚ ਇਸ ਤਰ੍ਹਾਂ ਗੱਲ ਕਿਵੇਂ ਕਰ ਸਕਦੇ ਆ, ਜਦ ਕਿ ਮੈਂ ਹਰ ਧਰਮ ਨੂੰ ਨਮਸਕਾਰ ਕਰਦਾ। ਤੁਸੀਂ ਧਰਮਾਂ ਪਿੱਛੇ ਅਸੀਂ ਕੰਮ ਕਰ ਰਹੇ ਹਾਂ, ਤੁਸੀਂ ਕ੍ਰਿਕਟ ਖੇਡ ਰਹੇ ਹੋ, ਤੁਸੀਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ, ਤੁਹਾਡੇ ਨਾਲ ਹਿੰਦੂ ਲੋਕਾਂ ਨੇ ਵੀ ਕੰਮ ਕੀਤਾ, ਤੁਹਾਡੇ ਨਾਲ ਮੁਸਲਮਾਨ ਲੋਕਾਂ ਨੇ ਵੀ ਕੰਮ ਕੀਤਾ, ਸਾਡੇ ਨਾਲ ਵੀ ਕਰਦੇ ਆ। ਆਪਣੇ ਦੇ ਵਿੱਚ ਤਾਂ ਇਦਾਂ ਦਾ ਕੁਝ ਨਹੀਂ ਹੈ, ਇਹ ਸਿਰਫ ਲੀਡਰਾਂ ਦੇ ਵਿੱਚ ਜੀ ਕਦੇ ਵੀ ਨਹੀਂ ਆਈ ਇੱਥੇ ਤੱਕ। ਜੇ ਕਿਸੇ ਨੇ ਕਹਿਣਾ ਜੀ ਆਹ ਤਾਂ ਅਸੀਂ ਹਲਾਲ ਬਣਾਇਆ, ਮੈਂ ਕਿਹਾ ਫੇਰ ਕੀ ਹੈ, ਅਸੀਂ ਹਲਾਲ ਖਾ ਲਾਂਗੇ। ਅਸੀਂ ਬਣਾਇਆ, ਅਸੀਂ ਹਲਾਲ ਨਹੀਂ ਖਾਣਾ, ਫਰਕ ਆ ਗਿਆ। ਮੈਂ ਮੰਦਿਰ ਜਾਂਦਾ, ਮੈਂ ਰੋਜ਼ ਜੋਤ ਜਲਾਉਣਾ ਮੰਦਿਰ ਦੇ ਵਿੱਚ, ਗੁਰਦੁਆਰੇ ਦੇ ਵਿੱਚ ਇੱਕ ਜੋਤ ਜਲਾਉਣਾ ਜਾ ਕੇ ਕਿ ਗੁਰੂ ਮਹਾਰਾਜ ਸਭ ਦਾ ਭਲਾ ਕਰੀ। ਮੈਂ ਮੰਦਿਰ ਤੋਂ ਨਿਕਲ ਕੇ ਆ ਰਿਹਾ ਸੀਗਾ, ਮੈਨੂੰ 2 ਬੰਦੇ ਕਹਿੰਦੇ ਭਾਈ ਤੁਸੀਂ ਮੰਦਿਰ ਕੀ ਕਰਦੇ ਫਿਰਦੇ ਹੋ? ਮੈਂ ਕਿ ਤੇਰੇ ਪਿਓ ਦਾ ਮੰਦਿਰ ਹੈ। ਮੈਨੂੰ ਸਤਿਕਾਰਯੋਗ ਗੁਰੂ ਘਰ ਹੈ ਮੇਰਾ, ਗੁਰਦੁਆਰਾ ਮੇਰਾ ਗੁਰੂ ਘਰ ਹੈ, ਗਿਰਜਾ ਘਰ ਮੇਰਾ ਗੁਰੂ ਘਰ ਹੈ, ਮਸਜਿਦ ਮੇਰੀ ਗੁਰੂ ਘਰ ਹੈ। ਮੈਨੂੰ ਰੱਬ ਨੇ ਸਿਖਾਇਆ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮੈਂ ਉਹ ਸਿੱਖਿਆ, ਮੈਂ ਗੁਰੂਆਂ ਦੇ ਸਿੱਖ ਤੇ ਜਾਣਾ। ਚੁੱਪ ਕਰਕੇ ਮੈਂ ਨਾਲ ਵਾਰਤਾਲਾਪ ਕੀਤੀ, ਮੈਂ ਅੱਗੇ ਤੋਂ ਗੱਲ ਨਹੀਂ ਕਰਨੀ। ਮੈਂ ਦੱਸੋ, ਇੱਕ ਮੇਰੇ ਵਰਗਾ ਬੰਦਾ ਜਿਹੜਾ ਰੱਬ ਦਾ ਪੁਜਾਰੀ ਹੈ, ਉਸ ਰੱਬ ਦੇ ਕਦਮਾਂ ਤੇ ਚੱਲਣਾ ਚਾਹੁੰਦਾ, ਜਿਹਨੇ ਗੀਤਾ ਪੜ੍ਹੀ, ਰਮਾਇਣ ਪੜ੍ਹੀ, ਸਾਰੇ ਗ੍ਰੰਥ ਪੜ੍ਹੇ, ਔਰ ਉਹਨਾਂ 'ਚੋਂ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ, ਤੇ ਮੈਂ ਕੀ ਜਾ ਕੇ ਕਿਸੇ ਨਾਲ ਕਹਾਂ ਵੀ ਇਹ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ? ਕੀ ਆਪਾਂ ਇੰਨੇ ਨੀਚ, ਆਪਾਂ ਇੰਨੇ ਗਿਰ ਗਏ? ਫਿਰ ਕੀ ਚਾਹੁੰਦੇ ਆ? ਜੇ ਹਿੰਦੁਸਤਾਨ ਦੇ ਵਿੱਚ ਹਿੰਦੂ ਹੀ ਰਹਿ ਸਕਦਾ, ਹੋਰ ਕੋਈ ਜਾਤੀ ਤਾਂ ਨਹੀਂ ਰਹਿ ਸਕਦਾ, ਫਿਰ ਕੱਢ ਦਿਓ ਨਾ ਬਾਹਰ ਯਾਰ, ਫਿਰ ਲਾਓ ਗੋਲੀਆਂ ਤੇ ਮਾਰ ਦਿਓ, ਸਾਰੇ ਖਤਮ ਕਰ ਦਿਓ। ਪਰ ਜੇ ਰਹਿਣਾ ਭਾਈਚਾਰੇ ਦੇ ਨਾਲ ਹੈ, ਫਿਰ ਇਸ ਤਰ੍ਹਾਂ ਕਿਉਂ ਕਰਦੇ ਹੋ ਕਿ ਜਿਹੜੀ ਮਾਂ ਤੁਹਾਨੂੰ ਫਸਲ ਦੇ ਰਹੀ ਹੈ, ਜਿਹੜਾ ਜੱਟ ਆਪਣੀ ਰੋਟੀ ਖਾ ਰਿਹਾ। ਮੈਨੂੰ ਕੋਈ ਉੱਥੇ ਮਿਲਿਆ ਜੀ ਬੰਦਾ, ਜੱਟ 2 ਕਿੱਲੇ ਪੈਲੀ, ਭਾਅ ਜੀ ਆ ਕੇ, ਮੈਂ ਕੀ ਹਾਲ, ਜੱਫੀ ਪਾ ਲਈ। ਕਹਿੰਦਾ ਜੀ ਮੈਂ ਰਾਜਾ ਹਾਂ, ਮੈਂ ਕੱਦੂ ਬੀਜ ਲਏ, ਤੋਰੀ ਬੀਜ ਲਈ, ਮੈਨੇ ਕਣਕ ਬੀਜ ਲਈ, ਮੈਂ, ਮੇਰੀ ਵਾਈਫ
ਤੇ ਮੇਰੀ ਇੱਕ ਬੇਟੀ ਹੈ। ਅਸੀਂ ਕਹਿੰਦੇ ਰਾਜੇ ਵਾਂਗੂ ਰਹਿੰਦੇ ਹਾਂ। ਕਹਿੰਦਾ ਮੈਂ ਵੀ ਕੈਨੇਡਾ ਜਾਇਆ। ਕਹਿੰਦਾ ਕੈਨੇਡਾ ਜਾ ਕੇ ਮੈਂ ਦੇਖਿਆ ਵੀ ਜਿੰਨੇ NRI ਨੇ, ਜਿੰਨੇ ਉੱਥੇ ਵਸਦੇ ਨੇ, ਉਹ ਮੈਨੂੰ ਕਹਿੰਦਾ ਆਹ ਕਾਹਦੀ ਜ਼ਿੰਦਗੀ ਤੁਹਾਡੀ ਹੋਏ। ਤੁਸੀਂ ਇਹੀ ਕੰਮ ਆਪਣੇ ਜੇ ਪੰਜਾਬ 'ਚ ਜਾ ਕੇ ਕਰੋ ਤਾਂ ਪੰਜਾਬ ਕਿੰਨਾ ਖੁਸ਼ਹਾਲ ਹੋ ਜਾਏ। ਸੋ ਮੈਂ ਸਮਝਦਾ ਜਿਹੜੇ ਬਾਹਰਲੇ ਲੋਕ ਨੇ, ਬਾਹਰ ਜਿਹੜੇ ਪੰਜਾਬੀ ਵਸੇ ਨੇ, ਉਹਨਾਂ ਨੂੰ ਇੱਕ ਵਾਰੀ ਦੁਬਾਰਾ ਵਾਪਸ ਪੰਜਾਬ ਪਰਤਣਾ ਪੈਣਾ। ਇਹ ਲੜਾਈ ਬਹੁਤ ਸੁਖਵਿੰਦਰ ਲੰਬੀ ਜੋ ਮੈਨੂੰ ਦਿਖ ਰਿਹਾ, ਉਹ ਮੈਨੂੰ ਦਿਖ ਰਿਹਾ ਕਿ ਖੂਨ ਨਾਲ ਪਿਆਸੀ ਧਰਤੀ ਹੈ, ਇਹਨੂੰ ਖੂਨ ਦੀ ਬੜੀ ਲੋੜ ਪੈ ਗਈ ਹੈ। ਮਤਲਬ ਤਾਂ ਆਖਰੀ ਲੜਾਈ ਇਹ ਆਖਰੀ ਇੱਧਰ ਜਾਂ ਉੱਧਰ ਗੱਲ ਬਿਲਕੁਲ, ਔਰ ਲੜਨਾ ਚਾਹੀਦਾ। ਮੈਂ ਤਾਂ ਇੱਕ ਗੱਲ ਠੋਕ ਵਜਾ ਕੇ ਕਹੂੰਗਾ, ਜੇ ਪੰਜਾਬ ਨੂੰ ਬਚਾਉਣ ਦੀ ਖਾਤਰ ਇੱਕ ਬੱਚੇ ਦੀ, ਇੱਕ ਨੌਜਵਾਨ ਦੀ, ਇੱਕ ਬਜ਼ੁਰਗ ਦੀ, ਬਜ਼ੁਰਗਣੇ ਦੀ, ਭੈਣਾਂ ਦੀਆਂ, ਮਾਵਾਂ ਦੀਆਂ, ਧੀਆਂ ਦੀ ਆਹੂਤੀ ਦੀ ਲੋੜ ਪੈ ਗਈ, ਕੁਰਬਾਨੀ ਦੀ ਲੋੜ ਪੈ ਗਈ ਤਾਂ ਦੇ ਦਿਓ, ਕੋਈ ਗੱਲ ਨਹੀਂ, ਅਕਾਲ ਪੁਰਖ ਦੇਖ ਰਿਹਾ। ਅਸੀਂ ਵੀ ਅਪੀਲ ਕਰਦੇ ਹਾਂ ਕਿ ਇਹ ਨਾ ਤਾਂ ਲੜਾਈ ਕਿਸੇ ਜਾਤ ਧਰਮ ਦੀ ਹੈ ਤੇ ਨਾ ਕਿਸੇ ਖਾਸ ਵਰਗ ਦੀ ਹੈ, ਇਹ ਲੜਾਈ ਪੰਜਾਬ ਦੀ ਹੈ। ਜਿਸ ਤਰੀਕੇ ਦੇ ਨਾਲ ਯੋਗਰਾਜ ਜੀ, ਜਿਸ ਤਰੀਕੇ ਦੇ ਨਾਲ ਅੱਜ ਕਿਸਾਨਾਂ ਦੇ ਨਾਲ ਉੱਥੇ ਸੱਦ ਕੇ ਜੋ ਕੁਝ ਵੀ ਹੋਇਆ, ਤਾਂ ਹੁਣ ਤੁਹਾਨੂੰ ਲੱਗਦਾ ਕਿ ਅਗਲੀ ਮੀਟਿੰਗ ਇਹਨਾਂ ਨੂੰ ਕਰਨੀ ਚਾਹੀਦੀ ਹੈ ਜਾਂ ਇਹਨਾਂ ਕਾਨੂੰਨਾਂ ਦਾ ਹੱਲ ਕੋਈ ਹੋ ਸਕਦਾ ਹੈ ਜਾਂ ਸਾਨੂੰ ਆਸ ਛੱਡ ਦੇਣੀ ਚਾਹੀਦੀ? ਜਦ ਇਹਨਾਂ ਕੋਲ ਸੁਨੇਹਾ ਆਇਆ ਸੀ ਨਾ ਜੀ ਅਸੀਂ ਮੀਟਿੰਗ ਕਰਨਾ ਚਾਹੁੰਦੇ ਹਾਂ, ਇਹ ਇੱਥੋਂ 5-6 ਹਜ਼ਾਰ ਬੱਸਾਂ ਭਰ ਕੇ ਲੈ ਕੇ ਜਾਂਦੇ, ਇਹ ਇੱਥੋਂ ਸਾਰਿਆਂ ਨੂੰ ਨਾਲ ਲੈ ਕੇ ਜਾਂਦੇ, ਜਿੰਨੇ ਜਥੇਬੰਦੀਆਂ 31 32 33 34 37 ਮੈਨੂੰ ਤਾਂ ਪਤਾ ਨਹੀਂ ਹੈ, ਸਾਰੀ ਜਥੇਬੰਦੀਆਂ ਜਾਂਦੀਆਂ, ਜਾ ਕੇ ਦਿੱਲੀ ਦਰਬਾਰ 'ਚ ਬਹਿ ਜਾਂਦੀਆਂ। ਅਸੀਂ ਆਏ ਹਾਂ ਜੀ, 1 ਲੱਖ ਬੰਦਾ, 50,000 ਬੰਦਾ, ਲਓ ਦੱਸੋ ਜੀ ਕੀ ਕਰਨਾ ਹੈ। ਅਸੀਂ ਪਾਰਲੀਮੈਂਟ ਦੇ ਵਿੱਚ ਬਹਿ ਕੇ ਗੱਲ ਨਹੀਂ ਕਰਨੀ, ਅਸੀਂ ਤੁਹਾਡੇ ਕਮਰੇ 'ਚ ਨਹੀਂ ਆਉਣਾ, ਤੁਸੀਂ ਆ ਜਾਓ, ਕੁਰਸੀਆਂ ਡਾਲੋ, ਪ੍ਰੈਸ ਆ ਜਾਓ ਬਈ ਸਾਰੇ, ਲਓ ਕਰੋ ਗੱਲਬਾਤ। ਕਿਉਂ ਨਹੀਂ ਕੀਤੇ ਇੱਦਾਂ? ਕੀ ਪ੍ਰੋਬਲਮ ਹੈ? ਕਿਹੜੀ ਗੱਲ ਹੈ? ਜੇ ਮੈਂ ਝੂਠ ਬੋਲੂੰਗਾ ਤਾਂ ਬੰਦ ਕਮਰੇ 'ਚ ਕਰੂੰਗਾ, ਜੇ ਬੇਈਮਾਨੀ ਹੈ ਤਾਂ ਬੰਦ ਕਮਰੇ 'ਚ ਕਰੂੰਗਾ, ਜੇ ਮੇਰੇ ਦਿਲ 'ਚ ਚੋਰ ਹੈ ਤਾਂ ਬੰਦ ਕਮਰੇ 'ਚ ਕਰੂੰਗਾ, ਤੇ ਜਦ ਮੈਂ ਹੈ ਹੀ ਸੱਚਾ ਸੁੱਚਾ ਤੇ ਫਿਰ ਮੈਂ ਆਵਾਮ ਦੇ ਸਾਹਮਣੇ ਗੱਲ ਨਹੀਂ, ਪਤਾ ਲੱਗੇ ਆਵਾਮ ਦੇ ਸਾਹਮਣੇ ਗੱਲ ਕਰੋ ਨਾ। ਕਿਹੜੀ ਕਿਤਾਬ 'ਚ ਲਿਖਿਆ ਹੈ? ਤੁਸੀਂ ਪਾਰਲੀਮੈਂਟ ਦੇ ਵਿੱਚ ਕੈਮਰੇ ਲਾਇਆ, ਕੁੱਤਿਆਂ ਵਾਂਗੂ ਤੁਸੀਂ ਉੱਥੇ ਲੜਦੇ ਹੋ। ਅੱਛਾ ਦੇਖਿਆ ਤੁਸੀਂ ਵਿਧਾਨ ਸਭਾ ਤੇ ਉੱਥੇ ਪਾਰਲੀਮੈਂਟ 'ਚ ਕੀ ਹੁੰਦਾ? ਲੋਕੀ ਦੁਨੀਆ 'ਚੋਂ ਕਹਿੰਦੇ ਆ ਤੁਹਾਡਾ ਡਿਸਪਲਿਨ ਹੈ, ਆ ਇੱਜ਼ਤ ਹੈ ਇੱਕ ਦੂਜੇ ਦੀ, ਹੈ ਜੀ। ਜੇ ਉਹ ਤੁਸੀਂ ਕੈਮਰੇ ਦੇ ਸਾਹਮਣੇ ਦੁਨੀਆ ਨੂੰ ਦਿਖਾ ਸਕਦੇ ਹੋ, ਕੀ ਗੱਲ ਹੈ? ਵਾਰਤਾਲਾਪ ਦਿਖਾਉਣ 'ਚ ਤੁਹਾਨੂੰ ਕੀ ਪ੍ਰੋਬਲਮ ਹੈ? ਕਰੋ ਨਾ। ਨਾਲੇ ਤੁਹਾਡਾ ਵੋਟ ਬੈਂਕ ਨਲਾਇਕੀ ਸਾਡੇ ਬੰਦਿਆਂ ਦੀ ਹੈ ਜਿਹੜੇ ਇੱਥੋਂ ਚਲੇ ਗਏ। ਜੇ ਕਿਤੇ ਮਾੜੀ ਮੋਟੀ ਮੇਰੇ ਅੱਗੇ ਨਾਲ ਸਲਾਹ ਕੀਤੀ ਹੁੰਦੀ ਨਾ, ਮੈਂ ਕਹਿੰਦਾ ਅਸੀਂ ਇੱਦਾਂ ਨਹੀਂ ਜੀ ਆਉਣਾ, ਅਸੀਂ ਸਾਰਾ ਜ਼ਿਮੀਂਦਾਰ ਆਊਗਾ, CM ਬੈਠੇ, ਸਾਰੇ ਬੈਠਣ, ਸਾਰੀ ਪਾਰਟੀਆਂ ਬਿਠਾ ਲਓ, ਸਾਡੇ ਨਾਲ ਤੁਸੀਂ ਵਾਰਤਾਲਾਪ ਕਰੋ, ਸਾਨੂੰ ਦੱਸੋ, ਅਸੀਂ ਆਪਣਾ ਸਵਾਲ ਕਰਦੇ ਹਾਂ, ਤੁਸੀਂ ਆਪਣਾ ਸਵਾਲ ਕਰੋ, ਫਿਰ ਸਾਨੂੰ ਦੱਸੋ ਕਿਹੜੇ ਭਾਬਿਕ ਦੀ। ਹਾਂ ਚਲੋ ਤੁਸੀਂ ਲੋਕਾਂ ਦੇ ਵੀ ਵਿਊਜ਼ ਨਾ ਲਓ, ਜਦ ਤੁਸੀਂ ਪਾਰਲੀਮੈਂਟ ਦੇ ਵਿੱਚ ਇਹ ਗੱਲਾਂ ਕੱਢਦੇ ਹੋ, ਇੱਕ ਦਿਨ ਗਾਲਾਂ ਕੱਢਦੇ ਹੋ, ਤਾਂ ਵੀ ਤਾਂ ਵਿਊਜ਼ ਆਉਂਦੇ ਨੇ ਨਾ ਲੋਕਾਂ ਦੇ। ਤੇ ਫਿਰ ਇਹ ਜੇ ਗੱਲ ਕਰਨੀ ਹੈ, ਮੈਂ ਅੱਜ ਫੇਰ ਕਹਿੰਦਾ ਕਿਸਾਨਾਂ ਨੂੰ, ਜਥੇਬੰਦੀਆਂ ਨੂੰ, ਤੁਹਾਨੂੰ ਠੋਕ ਵਜਾ ਕੇ ਬੁਲੰਦ ਆਵਾਜ਼ 'ਚ ਕਹਿ ਰਿਹਾ, ਜਿੱਦਣ ਗੱਲ ਕਰਨੀ ਹੈ ਉਹਨੂੰ ਕਹੋ ਜੀ ਓਪਨ ਡਿਬੇਟ ਹੋਊਗਾ, ਪ੍ਰੈਸ ਦੇ ਵਿੱਚ ਹੋਊਗਾ, ਸਾਰੀ ਦੁਨੀਆ ਦੇਖੂਗੀ, ਨਹੀਂ ਅਸੀਂ ਗੱਲਬਾਤ ਨਹੀਂ ਕਰਨੀ। ਹੁਣ ਇਸ ਤਰੀਕੇ ਨਾਲ ਹੀ ਗੱਲ ਹੋਣੀ ਚਾਹੀਦੀ ਤੁਹਾਡੇ ਨਾਲ। ਇਸ ਤੋਂ ਬਗੈਰ ਕੁਝ ਹੋਣਾ ਨਹੀਂ, ਕਿਉਂਕਿ ਆਪਾਂ ਚੋਰੀ 'ਚ ਰਾਤ ਹਨੇਰਾ ਹੁੰਦਾ, ਚੋਰ ਚੋਰੀ ਕਰਨ ਚਲੇ ਜਾਂਦਾ ਕਿ ਮੈਨੂੰ ਕੋਈ ਦੇਖ ਨਾ ਲਵੇ, ਮੇਰੀ ਪੰਡ ਨਾ ਖੁੱਲ ਜੇ। ਜਿਹਨੇ ਦਿਨੇ ਜਾਣਾ ਛਾਤੀ ਖੋਲ ਕੇ ਜਾਣਾ, ਤੇ ਤੁਸੀਂ ਇਸ ਤੋਂ ਬਗੈਰ ਗੱਲ ਬਣ ਨਹੀਂ ਸਕਦੀ ਜਦ ਤੱਕ ਤੁਸੀਂ ਪੰਜਾਬ ਦੇ ਲੋਕਾਂ ਨਾਲ ਬੈਠ ਕੇ ਆਮਣੇ ਸਾਹਮਣੇ ਡਿਬੇਟ ਨਹੀਂ ਕਰਦੇ। ਭਾਵੇਂ 10 ਮੰਤਰੀ ਕੀ, ਭਾਵੇਂ ਤੁਸੀਂ ਸਾਰੀ ਦੁਨੀਆ ਦੇ ਬੰਦੇ ਭੇਜ ਦਿਓ, ਤਾਂ ਵੀ ਪੰਜਾਬੀਆਂ ਨੇ ਨਹੀਂ ਮੰਨਣਾ। ਹੁਣ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਉਹਨਾਂ ਨੇ ਸੱਦਾ ਦਿੱਤਾ, ਕਿਸਾਨ ਉੱਥੇ ਗਏ, ਤਾਂ ਨਾ ਤਾਂ ਕੋਈ ਲੀਡਰ ਨੂੰ ਉਹਨਾਂ ਨੇ ਸੱਦਾ ਦਿੱਤਾ ਵੀ ਭਾਈ ਲੀਡਰ ਨੂੰ, ਕਿਸੇ ਪਾਰਟੀ ਨੂੰ, ਨਾ ਕਿਸੇ ਸਰਕਾਰ ਨੂੰ ਉਹਨਾਂ ਨੇ ਸੱਦਾ ਦਿੱਤਾ, ਨਾ ਕਿਸਾਨ ਇੱਥੋਂ ਲੈ ਕੇ, ਲੀਡਰਾਂ ਦਾ ਫਿਰ ਖਾਤਮਾ ਹੋ ਗਿਆ। ਗੱਲ ਸੁਣੋ, ਕਿਹੜੇ ਲੀਡਰ ਕੀ ਹੁੰਦਾ? ਲੀਡਰ ਉਹ ਹੁੰਦਾ ਜਿਹੜੇ ਆਪਣੀ ਕੌਮ ਨੂੰ ਜਗਾਵੇ, ਲੀਡਰ ਉਹ ਹੁੰਦਾ ਜਿਹੜੇ ਆਪਣੀ ਕੌਮ ਵਿੱਚ ਆਪਣਾ ਸਿਰ ਦੇਵੇ, ਲੀਡਰ ਉਹ ਹੁੰਦਾ ਜਿਹੜਾ ਉਹਨੂੰ ਇੱਕ ਸੱਚੇ ਰਾਹ ਤੇ ਲੈ ਕੇ ਚੱਲੇ। ਲੀਡਰ ਕੌਣ ਸੀ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੀਡਰ ਸੀਗੇ, ਹੈ ਜੀ। ਉਹਨਾਂ ਨੂੰ ਇਹ ਵੀ ਪਤਾ ਸੀ, ਉਹ ਦੂਸਰੇ ਦੀ ਵੀ ਇੱਜ਼ਤ ਬੜੀ ਕਰਦੇ ਸੀ, ਐ ਨਹੀਂ ਵੀ ਚੱਕਿਆ ਤੀਰ ਮਾਰਤਾ, ਕੋਈ ਗੱਲ ਨਹੀਂ, ਪਹਿਲਾਂ ਤੂੰ ਵਾਰ ਕਰ। ਲੀਡਰ ਉਹ ਹੁੰਦਾ ਹੈ ਜਿਹੜਾ ਅਨਪੜ੍ਹ ਨੂੰ ਵੀ ਇਹ ਦੱਸੇ ਕਿ ਤੂੰ ਸਭ ਤੋਂ ਪੜ੍ਹਿਆ ਲਿਖਿਆ, ਔਰ ਲੀਡਰ ਉਹ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਇਹ ਸੋਚ ਕੇ ਚੱਲੇ ਕਿ ਮੇਰੇ ਬੱਚੇ ਨੇ, ਮੇਰੇ ਭੈਣ ਭਰਾ, ਮੇਰੀ ਮਾਤਾਵਾਂ, ਮੇਰੀਆਂ ਧੀਆਂ, ਮੇਰੀਆਂ ਬੇਟੀਆਂ, ਉਹਨਾਂ ਨੂੰ ਨਾਲ ਲੈ ਕੇ ਚੱਲੇ, ਉਹਨੂੰ ਲੀਡਰ ਕਹਿੰਦੇ। ਕਿਹੜਾ ਲੀਡਰ ਇੱਥੇ? ਲੀਡਰ ਤਾਂ ਮੈਨੂੰ ਤਾਂ ਤੁਸੀਂ ਦੱਸੋ ਕਿਹੜਾ ਲੀਡਰ ਹੈ? ਮੈਂ ਨਵਜੋਤ ਸਿੰਘ ਸਿੱਧੂ ਨੂੰ ਬਾਰ-ਬਾਰ ਇਹ ਗੱਲ ਕਹਿਣਾ, ਅੱਜ ਫੇਰ ਬੁਲੰਦ ਆਵਾਜ਼ 'ਚ ਗੱਲ ਕਹਿਣਾ, ਔਰ ਰੱਬ ਦੇ ਵਾਸਤੇ ਛੱਡ ਪਰੇ, ਕੋਈ ਗੱਲ ਨਹੀਂ। ਕਿੰਨੀ ਕੁ ਜ਼ਿੰਦਗੀ ਹੈ? ਕੀ ਕਰਨਾ ਹੈ? ਕੀ ਆਪਣਾ ਸੁਪਨਾ ਹੈ? ਤੂੰ ਆ ਕੇ ਚੁੱਪ ਕਰਕੇ ਬਾਹਰ ਨਿਕਲ, ਪੈਰ ਰੱਖ ਤਾਂ ਸਹੀ, ਸਾਰੀ ਦੁਨੀਆ ਤੈਨੂੰ ਜੱਫੀ ਪਾਉਣ ਨੂੰ ਫਿਰਦੀ ਹੈ। ਕਿਉਂ? ਮੈਨੂੰ ਨਹੀਂ ਪਤਾ, ਮੈਂ ਕਿਉਂਕਿ ਇੱਕ ਬੰਦੇ ਨੂੰ ਬਾਰ-ਬਾਰ ਗੱਲ ਨਹੀਂ ਕਹਿ ਸਕਦਾ। ਮੈਂ ਸਿਰਫ ਇਹ ਕਹਿ ਸਕਦਾ ਕਿ ਮੇਰੇ ਛੋਟੇ ਵੀਰ ਤੂੰ ਚੱਲ, ਲੋਕ ਤੈਨੂੰ ਪਿਆਰ ਕਰਦੇ ਆ, ਤੈਨੂੰ ਫੋਲੋ ਕਰਦੇ ਆ। ਆਫਟਰ ਇੱਕ ਲੀਡਰ ਤਾਂ ਚਾਹੀਦਾ। ਅੱਜ ਤਾਂ ਲੀਡਰ ਆਪਣੇ ਕੋਲ ਕੋਈ ਵੀ ਹੈ ਨਹੀਂ।
ਦੁੱਖ ਵਾਲੀ ਗੱਲ ਹੈ ਕਿ ਸਾਡੇ ਕੋਲ ਪਿਛਲੇ 100 ਸਾਲ ਤੋਂ ਕੋਈ ਲੀਡਰ ਨਹੀਂ ਹੈਗਾ। ਜਦ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਸਾਡੇ ਕੋਲ ਲੀਡਰ ਰਿਹਾ ਹੀ ਨਹੀਂ ਕੋਈ। ਜਿਹੜੇ ਰਹੇ ਉਹਨਾਂ ਬਾਰੇ ਮੈਂ ਤੁਹਾਨੂੰ ਟਿੱਪਣੀ ਕਰ ਦਿੱਤਾ। ਮੈਂ ਕੀ ਆਖਾਂ, ਤਾਂ ਇਹ ਕੁਝ ਹੋ ਰਿਹਾ, ਉਹਨਾਂ ਕਰਕੇ ਤਾਂ ਹੋ ਰਿਹਾ ਸਾਰਾ ਕੁਝ। ਔਰ ਰੋਸ ਪ੍ਰਦਰਸ਼ਨ ਵੀ ਬਥੇਰੇ ਕੀਤੇ, ਪਰ ਫਿਰ ਵੀ ਤੁਸੀਂ ਦੇਖੋ ਪਹਿਲੀ ਵਾਰੀ ਮੇਰੇ ਖਿਆਲ 'ਚ ਮੇਰੀ ਸਮਝ ਦੇ ਮੁਤਾਬਕ ਤਾਂ ਮੈਨੂੰ ਪਹਿਲੀ ਵਾਰੀ ਲੱਗ ਰਿਹਾ, ਕਿਉਂਕਿ ਕਿਸੇ ਲੀਡਰ ਨੂੰ ਨਾ ਤਾਂ ਕੇਂਦਰ ਸਰਕਾਰ ਨੇ ਨਾ ਕਿਸਾਨਾਂ ਨੇ ਲਿਜਾਣਾ ਬਿਹਤਰ ਨਹੀਂ ਸਮਝਿਆ। ਬੇਸ਼ੱਕ ਉਹਨਾਂ ਨੇ ਵੱਡੇ ਪੱਧਰ ਤੇ, ਚਾਹੇ ਉਹਨਾਂ ਦਾ ਨੈਸ਼ਨਲ ਲੀਡਰ ਰਾਹੁਲ ਗਾਂਧੀ ਆ ਕੇ ਇੱਥੇ ਪ੍ਰਦਰਸ਼ਨ ਕਰ ਗਿਆ, ਚਾਹੇ ਆਮ ਆਦਮੀ ਪਾਰਟੀ ਦਿੱਲੀ ਜਾ ਕੇ ਪ੍ਰਦਰਸ਼ਨ ਕਰਿਆ ਜੀ, ਤੇ ਚਾਹੇ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਕਰ। ਮੈਂ ਛੋਟੀ ਜਿਹੀ ਗੱਲ ਨਾਲ ਜੋੜਨ ਲੱਗਿਆ। ਅਡਵਾਨੀ ਦੀ ਕਿਤਾਬ ਪੜ੍ਹਿਓ, ਉਹਦੇ ਵਿੱਚ ਇਹਨੇ ਇੱਕ ਚੈਪਟਰ ਲਿਖਿਆ ਹੈ ਕਿ ਇੰਦਰਾ ਗਾਂਧੀ ਜਿਹੜੀ ਸੀ ਇਹ ਜੀ ਗੋਲਡਨ ਟੈਂਪਲ ਤੇ ਹਮਲਾ ਨਹੀਂ ਸੀ ਕਰਦੀ, ਅਸੀਂ ਤਾਂ ਧੱਕੇ ਨਾਲ ਕਰਵਾਇਆ, ਧੱਕੇ ਨਾਲ ਕੀਤਾ, ਅਸੀਂ ਪ੍ਰੈਸ਼ਰ ਪਾਇਆ ਤਾਂ ਜਾ ਕੇ ਜੀ ਇਹ ਗੱਲ ਬਣੀ। ਕਿੱਡੀ ਵੱਡੀ ਤੁਸੀਂ ਗੱਲ ਕਰਤੀ। ਉਹ ਲੀਡਰ ਕਿੱਥੇ ਨੇ? ਜਦ ਗੋਲਡਨ ਟੈਂਪਲ ਤੇ ਹਮਲਾ ਹੋਇਆ ਸੀ ਉਦੋਂ ਲੀਡਰ ਕਿੱਥੇ ਗਏ ਸੀ? ਜਦ ਜ਼ਿੰਦਗੀ ਦੇ ਵਿੱਚ ਪੰਜਾਬ ਨੂੰ ਤੋੜਿਆ ਜਾ ਰਿਹਾ ਸੀ, ਜਦ ਕੱਟ ਵੱਢਿਆ ਜਾ ਰਿਹਾ ਸੀ, ਉਦੋਂ ਕਿੱਥੇ ਸੀਗੇ? ਇਹ ਲੀਡਰਾਂ ਦੀ ਤੁਸੀਂ ਗੱਲ ਕਰਦੇ ਹੋ ਜਾਂ ਇਹਨਾਂ ਲੋਕਾਂ ਦੀ ਗੱਲ ਕਰਦੇ ਹੋ, ਦੇਖੋ ਜ਼ਮੀਰ ਹੋਣੀ ਚਾਹੀਦੀ ਹੈ ਬੰਦੇ 'ਚ। ਮੈਂ ਸਮਝਦਾ ਲੀਡਰ ਇੱਕ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਇਹ ਸੋਚੇ ਜ਼ਿੰਦਗੀ ਦੇ ਵਿੱਚ ਕਿ ਵੀ ਮੈਂ ਕੁਛ ਨਹੀਂ ਲੈਣਾ, ਮੈਂ ਸਿਰਫ ਆਪਦੀ ਕੌਮ ਨੂੰ ਪਰਮਾਤਮਾ ਦੇ ਨਾਮ ਦੇ ਥੱਲੇ ਰਹਿ ਕੇ ਉਹਨੂੰ ਲੀਡ ਕਰਨਾ ਹੈ। ਅੱਜ ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਿਓ, ਇਹ ਹਿਸਟਰੀ ਕਹਿੰਦੀ ਹੈ ਇਹ ਪੰਜਾਬ ਟੁੱਟ ਕੇ ਰਹਿਣਾ, ਇਹਨਾਂ ਨੇ ਆਪ ਹੀ ਤੋੜ ਲੈਣਾ। ਜਦ ਤੁਸੀਂ ਆਪਣੇ ਮਾਂ ਪਿਓ ਨਾਲ ਨਾਰਾਜ਼ ਹੋ ਜਾਓ ਨਾ, ਜਦ ਪੁੱਤਰ ਆਪਣੇ ਪਿਓ ਨਾਲ ਨਾਰਾਜ਼ ਹੋ ਜਾਏ ਫਿਰ ਉਹ ਘਰ ਛੱਡ ਕੇ ਚਲੇ ਜਾਂਦਾ ਹੁੰਦਾ। ਘੱਟ ਪੁੱਤਰ ਨੇ ਜਿਹੜੇ ਕਹਿੰਦੇ ਪਿਓ ਨੂੰ ਤੂੰ ਬਾਹਰ ਹੋ ਜਾ, ਉਹ ਕਹਿੰਦੇ ਚੰਗਾ ਬਾਪੂ ਜੀ ਮੈਂ ਚੱਲਿਆ। ਜਿੱਦਣ ਪੰਜਾਬ ਨਾਰਾਜ਼ ਹੋ ਗਿਆ ਨਾ, ਔਰ ਜਿੱਦਣ ਪੰਜਾਬ ਦੇ ਉੱਤੇ ਖੂਨ ਡੁੱਲਿਆ, ਮੈਂ ਤੁਹਾਨੂੰ ਕਹਿ ਦਿੰਦਾ ਇਹ ਹਿੰਦੁਸਤਾਨ ਦੀ ਧਰਤੀ ਖਾਕ ਹੋ ਜੂਗੀ। ਇਸ ਤੋਂ ਪਹਿਲਾਂ ਕਿ ਇੱਥੇ ਨੁਕਸਾਨ ਹੋਵੇ, ਮੈਂ ਫੇਰ ਕਹਿਣਾ ਚਾਹੁੰਦਾ ਬੈਠ ਕੇ ਓਪਨਲੀ ਡਿਬੇਟ ਕਰੋ, ਉਸ ਤੋਂ ਬਗੈਰ ਬੰਦ ਕਮਰਿਆਂ ਦੇ ਵਿੱਚ ਗੱਲ ਹੁਣ ਨਹੀਂ ਹੋਣੀ। ਉਮੀਦ ਰੱਖਦੇ ਹੋ ਕਿ ਕਰਨਗੇ? ਦੇਖੋ ਜੀ, ਡਿਪੈਂਡ ਕਰਦਾ ਹੈ ਕਿ ਆਪਾਂ ਕਿੰਨੇ ਤਕੜੇ ਆ। ਜੇ ਆਪਾਂ ਹੀ ਵਿਕਣਾ ਫਿਰ ਗੱਲ ਹੋਰ ਹੈ। ਰਹੀ ਜਥੇਬੰਦੀਆਂ ਦੀ ਗੱਲ, ਸਾਰੇ ਤਕੜੇ ਹੋ ਕੇ ਇੱਕ ਮੁੱਠ ਤੇ ਚੱਲਣ। ਲੇਕਿਨ ਰਹੀ ਤੁਸੀਂ ਜੇ ਕਹੋਗੇ ਜੀ ਤੁਹਾਨੂੰ ਲੀਡਰਾਂ ਨੇ ਅੱਗੇ ਲਾ ਦੇਣਾ ਹੈ ਜਾਂ ਤੁਹਾਨੂੰ ਕਿਸੇ ਨੇ ਹੋਰ ਅੱਗੇ ਤੋਰ ਦੇਣਾ ਹੈ, ਉਹ ਨਹੀਂ ਹੋਣਾ। ਜੇ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਕਰਨਾ ਚਾਹੁੰਦੇ ਹੋ ਤਾਂ ਫਿਰ ਸਾਰੇ ਲੀਡਰਾਂ ਨੂੰ ਵੀ ਬਿਠਾ ਲਓ, ਜਿੰਨੀਆਂ ਪਾਰਟੀਆਂ ਉਹਨਾਂ ਨੂੰ ਵੀ ਬਿਠਾ ਲਓ, ਤੁਸੀਂ ਵੀ ਬਹਿ ਜਾਓ ਇੱਥੇ, ਸਾਰੇ ਪੰਜਾਬ ਦੇ ਤੁਸੀਂ ਜਿਹੜੇ ਹੈਗੇ ਨੇ ਕਿਸਾਨਾਂ ਨੂੰ ਬਿਠਾ ਲਓ, ਆਪਸ 'ਚ ਵਾਰਤਾਲਾਪ ਕਰਕੇ ਦੇਖ ਲਓ। ਜਿਹੜਾ ਪਲੜਾ ਤੁਹਾਨੂੰ ਲੱਗੂਗਾ ਸੈਂਸੀਬਲ ਹੈ ਵੀ ਇਹ ਗੱਲ ਹੋਣੀ ਚਾਹੀਦੀ ਹੈ, ਉੱਥੇ ਆਪੇ ਪਤਾ ਲੱਗ ਜੂਗਾ। ਤੁਸੀਂ ਬੰਦ ਕਮਰੇ ਜਿਹੜੀ ਮੀਟਿੰਗ ਕਰੋਗੇ ਔਰ ਜੇ ਜ਼ਲੀਲ ਕਰੋਗੇ ਇਸ ਤਰ੍ਹਾਂ, ਬਾਰ-ਬਾਰ ਬੰਦੇ ਨੇ ਜ਼ਲੀਲ ਨਹੀਂ ਹੋਣਾ। ਕਿਉਂਕਿ ਭਗਤ ਸਿੰਘ ਕਹਿੰਦਾ ਹੁੰਦਾ ਸੀਗਾ, ਕਹਿੰਦਾ ਹੁਣ ਭਾਈ ਆਪਣੇ ਤੋਂ ਧੀਆਂ ਭੈਣਾਂ ਦੀ ਇੱਜ਼ਤਾਂ ਨਹੀਂ ਲੁਟਾਈਆਂ ਜਾਂਦੀਆਂ, ਸਾਤੋਂ ਹੁਣ ਕਹਿੰਦਾ ਨਹੀਂ ਦੇਖਿਆ ਨਹੀਂ ਜਾਂਦਾ। ਹੁਣ ਤਾਂ ਉਹੀ ਗੱਲ ਹੋਊਗੀ ਜਿਹੜੀ ਗੱਲ ਹੋਣੀ ਚਾਹੀਦੀ ਹੈ। ਸੋ ਆਈ ਥਿੰਕ ਉਹ ਗੱਲ ਆਈ ਖੜੀ ਹੈ ਤੁਹਾਡੇ ਸਾਹਮਣੇ। ਅੱਜ ਦੀ ਮੀਟਿੰਗ ਤੋਂ ਬਾਅਦ ਇਹ ਤਾਂ ਪੱਕਾ ਹੈ ਕਿ ਸੰਘਰਸ਼ ਲੰਬਾ ਚੱਲੂਗਾ ਤੇ ਕਿਸਾਨਾਂ ਨੇ ਐਲਾਨ ਵੀ ਕਰਤਾ, ਰੇਲਾਂ ਤਾਂ ਹੁਣ ਚੱਲਣੀਆਂ ਨਹੀਂ, ਹੋਰ ਥੋੜੇ ਦਿਨ ਹੋਰ ਵੀ ਨਹੀਂ ਚੱਲਣਗੀਆਂ ਰੇਲਾਂ, ਜਿਸ ਤਰੀਕੇ ਦੇ ਨਾਲ ਸੰਘਰਸ਼ ਲੰਬਾ ਹੋ ਗਿਆ। ਸਰਕਾਰ ਬਾਰ-ਬਾਰ ਅਪੀਲ ਕਰ ਰਹੀ ਸੀ, ਕੇਂਦਰ ਸਰਕਾਰ ਵੀ, ਪੰਜਾਬ ਸਰਕਾਰ ਵੀ, ਕਿ ਰੇਲਾਂ ਦੀਆਂ ਲਾਈਨਾਂ ਛੱਡ ਦਿਓ ਤਾਂ ਕਿ ਕੋਲਾ ਪਹੁੰਚ ਸਕੇ, ਕਿਉਂਕਿ ਪੰਜਾਬ ਦੇ ਵਿੱਚ ਬਿਜਲੀ ਬੰਦ ਹੋ ਜੂ, ਫੌਜ ਨੂੰ ਰਾਸ਼ਨ ਪਹੁੰਚ ਸਕੇ। ਜੇਕਰ ਰੇਲਾਂ ਨਹੀਂ ਛੱਡਦੇ ਕਿਸਾਨ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਲਾਨ ਕੀਤਾ, ਤਾਂ ਹਾਲਾਤ ਕਿਹੋ ਜਿਹੇ ਹੋ ਸਕਦੇ? ਰੇਲਾਂ ਚਲਾ ਦਿਓ, ਰੇਲਾਂ ਉੱਪਰੋਂ ਟਪਾ ਦਿਓ। ਬੜੀ ਵਾਰੀ ਹੋਇਆ ਪੰਜਾਬ ਦੀ ਧਰਤੀ ਤੇ, ਕਿੰਨੀਆਂ ਰੇਲਾਂ ਦੇ ਵਿੱਚ ਲਾਸ਼ਾਂ ਚੱਲੀਆਂ ਨੇ, ਤੁਹਾਡੇ ਸਾਹਮਣੇ ਪਾਸਟ 'ਚ ਹੋਇਆ, ਅੰਗਰੇਜ਼ਾਂ ਨੇ ਚਲਾਈਆਂ। ਜੇ ਨਹੀਂ ਹਟਣਗੇ ਆਓ ਫਿਰ, ਮੈਂ ਤਾਂ ਇਹ ਗੱਲ ਕਹਿ ਚੁੱਕਿਆ ਵੀ ਜੇ ਨਹੀਂ ਹੁੰਦਾ ਫਿਰ ਦਿਲ ਦਿਖਾਓ, ਜਿਗਰਾ ਦਿਖਾਓ, ਆਓ ਫਿਰ ਮਾਰੋ ਨਾ ਆ ਕੇ। ਫਿਰ ਗੱਲਾਂ ਬਾਤਾਂ ਤੇ ਟਾਈਮ ਕਿਉਂ ਵੇਸਟ ਕਰਦੇ ਹੋ? ਫਿਰ ਇੰਨੀ ਦੇਰ ਕਿਉਂ ਲਾਉਂਦੇ ਹੋ? ਜਾਂ ਤਾਂ ਤੁਸੀਂ ਕਹੋ ਭਾਈ ਹਟ ਜਾਓ। ਹੁਣ ਚਲੋ ਜੇ ਮੈਂ ਹੋਵਾਂ ਕਿ ਭਾਈ ਹਟਣਾ ਕਿ ਨਹੀਂ ਹਟਣਾ, ਨਹੀਂ ਹਟਣਾ, ਚੰਗਾ ਫਿਰ ਤਗੜੇ ਰਹੋ, ਕੋਈ ਗੱਲ ਨਹੀਂ। ਫਿਰ ਕਿੰਨੇ ਕੁ ਬੰਦੇ ਟ੍ਰੇਨਾਂ ਥੱਲੇ ਆ ਜਾਣਗੇ ਤੇ ਕਿੰਨਾ ਕੁ ਖੂਨ ਬਹੂਗਾ, ਇਹ ਗੱਲ ਤਾਂ ਉੱਥੇ ਮੁੱਕਣੀ ਹੈ ਜਿਹੜੀ ਮੈਂ ਬਾਰ-ਬਾਰ ਕਹਿੰਦਾ। ਲੇਕਿਨ ਸ਼ਹੀਦੀਆਂ ਦੇਣੀਆਂ ਪੈਣੀਆਂ। 3 ਬੰਦੇ ਤਾਂ ਹੋ ਵੀ ਚੁੱਕੇ ਨੇ ਸ਼ਹੀਦ, 3 ਕਿਸਾਨ ਹੋ ਵੀ ਚੁੱਕੇ। ਅਜੇ ਤਾਂ ਦੇਖੋ ਤੁਸੀਂ 3 ਫਿਰ 300 5 ਸਿਰ ਲਏ ਸੀ ਤਾਂ ਸਿੱਖੀ ਸਾਜੀ ਗਈ ਸੀ। ਫਿਰ ਦੇਖੋ ਸਿੱਖੀ ਕਿੱਥੇ ਤੋਂ ਕਿੱਥੇ ਦੁਨੀਆ ਚਲੀ ਗਈ। ਸਿੱਖਾਂ ਨੂੰ ਰੋਕ ਲਿਆ। 93 ਕਰੋੜ ਸਿੱਖ ਹੈ ਸਾਰੀ ਦੁਨੀਆ ਦੇ ਵਿੱਚ ਅੱਜ। ਜੇ ਸਾਰਾ ਦਾ ਸਾਰਾ ਹਿੰਦੁਸਤਾਨ ਅਜੇ ਫਿਰ ਕੀ ਹੋ ਜੇ? ਮੇਰਾ ਕਹਿਣ ਦਾ ਮਤਲਬ ਹੈ ਵੀ ਤੁਸੀਂ ਇੱਕ ਗੱਲ ਦੇ ਮੁੱਦਾ ਜਿੱਦਾਂ ਮੁਕਾਉਣਾ ਹੈ ਫੇਰ ਤਾਂ ਬੈਠ ਕੇ ਮੁਕਾ ਲਓ। ਤੇ ਜੇ ਕਹੋਗੇ ਧੱਕੇ ਨਾਲ ਨਹੀਂ ਹੋਣਾ। ਪੰਜਾਬ ਹੈ, ਇਹਨੂੰ ਕਿਤੇ ਗਲਤ ਫਹਿਮੀ ਨਾ ਰਹੇ ਤੁਸੀਂ ਸਾਰੇ। ਗੱਲਬਾਤ ਕਰਨ ਲਈ ਧੰਨਵਾਦ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਸਨ ਸਰਦਾਰ ਯੋਗਰਾਜ ਸਿੰਘ, ਜਿਨ੍ਹਾਂ ਦੇ ਵੱਲੋਂ ਮੰਨਿਆ ਇਹ ਜਾ ਰਿਹਾ ਕਿ ਜੇਕਰ ਇਹ ਮੁੱਦਾ ਖਤਮ ਕਰਨਾ ਹੈ ਤਾਂ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਅੱਜ ਕਿਸਾਨਾਂ ਨੂੰ ਉੱਥੇ ਸੱਦ ਕੇ ਉਹਨਾਂ ਦੀ ਬੇਇੱਜ਼ਤੀ ਇੱਕ ਹਿਸਾਬ ਦੀ ਕੀਤੀ ਗਈ ਹੈ, ਉਸ ਤਰੀਕੇ ਦੇ ਨਾਲ ਕਦੇ ਵੀ ਇਹ ਮੁੱਦਾ ਖਤਮ ਨਹੀਂ ਹੁੰਦਾ। ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਸਾਡੇ ਕੋਲੇ ਆਖਰੀ ਮੌਕਾ ਹੈ ਪੰਜਾਬ ਨੂੰ ਬਚਾਉਣ ਦਾ, ਪੰਜਾਬ ਨੂੰ ਖੜਿਆ ਕਰਨ ਦਾ। ਜੇ ਇੱਥੇ ਅਸੀਂ ਚੁੱਕ ਕਰਤੀ ਤਾਂ ਪੰਜਾਬ ਕਦੇ ਵੀ ਆਪਣੇ ਪੈਰਾਂ ਤੇ ਕਦੇ ਖੜਾ ਨਹੀਂ ਹੋ ਪਾਵੇਗਾ। ਕੈਮਰਾਮੈਨ ਗੁਰਦੀਪ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਟ ਟੀਵੀ, ਚੰਡੀਗੜ੍ਹ।